ਡੀਅਰ ਸਟੂਡੈਂਟਸ ਨਮਸਕਾਰ। ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਇਲੈਕਟ੍ਰੀਕਲ ਗਿਆਨ ਦੇ ਵਿੱਚ। ਹੁਣ ਤੱਕ AC ਸਰਕਟ ਦੀਆਂ ਕੁਝ ਵੀਡੀਓਜ਼ ਆਲਰੇਡੀ ਅਪਲੋਡ ਹੋ ਚੁੱਕੀਆਂ ਨੇਗੀਆਂ। ਅੱਜ ਇਸ ਵੀਡੀਓ ਦੇ ਵਿੱਚ ਅਸੀਂ ਨਵੇਂ ਕਨਸੈਪਟ ਦੇਖਣ ਜਾ ਰਹੇ ਹਾਂ। ਹੁਣ ਤੱਕ ਇੰਸਟੈਂਟੇਨੀਅਸ ਵੈਲਿਊ ਕੀ ਹੁੰਦੀ ਹੈ, RMS ਵੈਲਿਊ ਕੀ ਹੁੰਦੀ ਹੈਗੀ, ਐਵਰੇਜ ਵੈਲਿਊ ਕਿੱਦਾਂ ਕੱਢੀ ਜਾਂਦੀ ਹੈ, ਇਹਦਾ ਫਾਰਮੂਲਾ ਕੀ ਹੁੰਦਾ, ਫਾਰਮ ਫੈਕਟਰ ਕੀ ਹੁੰਦਾ, ਫ੍ਰੀਕੁਐਂਸੀ ਅਸੀਂ ਕਿਸ ਨੂੰ ਕਹਿੰਦੇ ਹੈਗੇ। ਤਾਂ ਇਹ ਸਾਰੇ ਜਿਹੜੇ ਕੁਐਸਚਨਸ ਹੈਗੇ ਹੁਣ ਤੱਕ ਅਸੀਂ ਡਿਸਕਸ ਕਰ ਚੁੱਕੇ ਹਾਂਗੇ। ਅੱਜ ਇੱਕ ਨਵਾਂ ਟੌਪਿਕ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂਗੇ। ਉਸ ਟੌਪਿਕ ਦਾ ਨਾਂ ਹੈਗਾ ਕਿ ਜੇ ਅਸੀਂ AC ਸਪਲਾਈ ਨੂੰ ਪਾਸ ਕਰੀਏ, AC ਸਪਲਾਈ AC ਕਰੰਟ ਆ ਜਿਹੜਾ ਉਹਨੂੰ ਕਿਸੇ ਰਜਿਸਟਰ ਦੇ ਵਿੱਚ ਦੀ ਇੱਕ ਰਜਿਸਟੈਂਸ ਜੇ ਅਸੀਂ ਮੰਨੀਏ, ਇਸ ਇੱਕ ਰਜਿਸਟੈਂਸ ਦੇ ਵਿੱਚ ਦੀ ਲੰਘਾਈਏ ਤਾਂ ਕੀ ਹੋਏਗਾ, ਇੱਕ ਇੰਡਕਟਰ ਦੇ ਵਿੱਚ ਲੰਘਾਈਏ ਤਾਂ ਕੀ ਹੋਏਗਾ, ਜਾਂ ਫਿਰ ਇੱਕ ਕੈਪੈਸਿਟਰ ਦੇ ਵਿੱਚ ਲੰਘਾਈਏ ਤਾਂ ਕੀ ਹੋਏਗਾ। ਜਦੋਂ ਅਸੀਂ DC ਸਪਲਾਈ ਦੀ ਗੱਲ ਕਰਦੇ ਸੀ, DC ਸਪਲਾਈ ਵੇਲੇ ਕੋਈ ਵੀ ਸਾਡੇ ਕੋਲੇ ਫੇਸ ਡਿਸਪਲੇਸਮੈਂਟ ਨਹੀਂ ਹੁੰਦੀ ਸੀਗੀ। ਜਦੋਂ ਅਸੀਂ ਕੋਈ ਵੀ ਵੋਲਟੇਜ ਦਿੰਦੇ ਸੀਗੇ ਤੇ ਕਰੰਟ ਫਲੋ ਹੋਣ ਲੱਗ ਜਾਂਦਾ ਸੀਗਾ। ਬਟ AC ਵੇਲੇ ਹਰ ਕੇਸ ਦੇ ਵਿੱਚ ਰੈਜ਼ਿਸਟੈਂਸ ਦੇ ਵਿੱਚ, ਇੰਡਕਟਰ ਦੇ ਵਿੱਚ ਤੇ ਕੈਪੈਸਿਟਰ ਦੇ ਵਿੱਚ ਹਰ ਕੇਸ ਵਾਸਤੇ ਸਾਡੇ ਕੋਲੇ ਵੋਲਟੇਜ ਤੇ ਕਰੰਟ ਦਾ ਵਿਚਾਰ ਜਿਹੜਾ ਐਂਗਲ ਹੋਏਗਾ ਉਹ ਡਿਫਰੈਂਟ ਹੋਏਗਾ। ਉਹ ਕਦੇ 90 ਡਿਗਰੀ ਲੈਗ ਕਰੇਗਾ, ਕਦੇ 90 ਡਿਗਰੀ ਲੀਡ ਕਰੇਗਾ, ਕਦੇ ਇਨ ਫੇਸ 'ਚ ਹੋਏਗਾ। ਤਾਂ ਉਹ ਕਿਉਂ ਹੋਏਗਾ, ਕਿਵੇਂ ਹੁੰਦਾ ਗਾ, ਉਹ ਸਾਰੀਆਂ ਗੱਲਾਂ ਬਾਰੇ ਅੱਜ ਅਸੀਂ ਡਿਸਕਸ਼ਨ ਕਰਾਂਗੇ। ਪਲੱਸ ਇਹਦੇ ਵਿੱਚ ਇੱਕ ਨਵਾਂ ਜਿਹੜਾ ਕੰਸੈਪਟ ਅਸੀਂ ਪੜ੍ਹਨ ਜਾ ਰਹੇ ਹਾਂਗੇ ਉਹ ਹੈਗਾ ਗਾ ਪਾਵਰ ਫੈਕਟਰ ਦਾ। ਜਿਹੜਾ ਨਵਾਂ ਕੰਸੈਪਟ ਆ ਪਾਵਰ ਫੈਕਟਰ ਦਾ ਕੰਸੈਪਟ ਪੜ੍ਹਨ ਜਾ ਰਹੇ ਹਾਂ। ਹੁਣ ਤੱਕ ਜਿਹੜੇ ਅਸੀਂ ਐਂਗਲ ਦੇਖੇ ਸੀਗੇ, ਅਸੀਂ ਫੇਸ ਡਿਸਪਲੇਸਮੈਂਟ ਦੀ ਗੱਲ ਕੀਤੀ ਸੀਗੀ। ਫੇਸ ਡਿਸਪਲੇਸਮੈਂਟ ਬਾਰੇ ਜਦੋਂ ਅਸੀਂ ਪੜ੍ਹ ਰਹੇ ਸੀਗੇ, ਅਸੀਂ ਇੱਕ ਗੱਲ ਕਹੀ ਸੀਗੀ ਕਿ ਫੇਸ ਡਿਸਪਲੇਸਮੈਂਟ ਹੁੰਦਾ ਕੋਈ ਵੀ ਦੋ ਸਿਮਿਲਰ ਕੁਆਂਟੀਟੀਜ਼ ਦੇ ਵਿਚਕਾਰ ਦਾ ਐਂਗਲ। ਵੀ ਮੰਨ ਲਓ ਇੱਕ I1 ਕਰੰਟ ਤੁਹਾਡਾ ਆ ਪਿਆ ਗਾ, ਇੱਕ I2 ਕਰੰਟ ਤੁਹਾਡਾ ਇੱਥੇ ਪਿਆ ਗਾ। ਇਹ I2 ਕਰੰਟ ਆ ਤੇ ਦੋਨਾਂ ਦੇ ਵਿਚਕਾਰ ਜਿਹੜਾ ਐਂਗਲ ਹੈ 30 ਡਿਗਰੀ ਹੈ। ਜੇ ਤਾਂ ਆ ਵੀ ਕਰੰਟ ਆ, ਆ ਵੀ ਕਰੰਟ ਆ, ਫਿਰ ਤਾਂ ਇਹਨੂੰ ਕਵਾਂਗੇ ਆਪਾਂ ਫੇਸ ਡਿਸਪਲੇਸਮੈਂਟ। ਤੇ ਜੇ ਕਦੇ ਤੁਹਾਡੇ ਕੋਲੇ ਇਹੀ ਜਿਹੜਾ ਐਂਗਲ ਆ ਇਹ ਵੋਲਟੇਜ ਤੇ ਕਰੰਟ ਦਾ ਬਣੇ, ਵੋਲਟੇਜ ਤੇ ਕਰੰਟ, ਇੱਧਰ ਤੁਹਾਡੇ ਕੋਲੇ ਮੰਨ ਲਓ ਵੋਲਟੇਜ ਹੈ, ਇੱਥੇ ਤੁਹਾਡੇ ਕੋਲੇ ਕਰੰਟ ਆ, ਤਾਂ ਜਿਹੜਾ ਸਾਡਾ ਇਹ ਵੋਲਟੇਜ ਤੇ ਕਰੰਟ ਦਾ ਜਿਹੜਾ ਇਹ ਐਂਗਲ ਬਣੂਗਾ, ਇਸ ਐਂਗਲ ਦਾ ਨਾਂ ਹੋਊਗਾ ਪਾਵਰ ਫੈਕਟਰ ਐਂਗਲ। ਪਾਵਰ ਫੈਕਟਰ ਐਂਗਲ, ਇਹਨੂੰ ਪਾਵਰ ਫੈਕਟਰ ਐਂਗਲ ਕਿਉਂ ਕਿਹਾ ਜਾਂਦਾ ਕਿ ਇਹਨੂੰ ਆਪਾਂ ਚੰਗੀ ਤਰ੍ਹਾਂ ਉਦੋਂ ਪਤਾ ਲੱਗੂ ਜਦੋਂ ਆਪਾਂ ਕੁਐਸਚਨਸ ਕਰਾਂਗੇ। ਤੇ ਪਾਵਰ ਫੈਕਟਰ ਐਂਗਲ ਜਿਹੜਾ ਹੁੰਦਾ ਹੈਗਾ, ਪਾਵਰ ਫੈਕਟਰ ਐਂਗਲ ਤੋਂ ਹਮੇਸ਼ਾ ਪਾਵਰ ਫੈਕਟਰ ਨਿਕਲਦਾ ਹੁੰਦਾ ਕਿ ਪਾਵਰ ਫੈਕਟਰ ਹੁੰਦਾ ਕੀ ਆ। ਐਂਗਲ ਮੰਨ ਲਓ ਇਹ ਤੁਹਾਨੂੰ ਦਿੱਤਾ ਹੋਊਗਾ ਹਮੇਸ਼ਾ, ਮੰਨ ਲਓ ਤੁਹਾਨੂੰ ਦਿੱਤਾ ਹੋਵੇ ਪਾਵਰ ਫੈਕਟਰ ਐਂਗਲ ਤੁਹਾਡਾ ਹੈਗਾ 30, ਤਾਂ ਜਿਹੜਾ ਇਹ ਥੀਟਾ ਹੈਗਾ, ਜਿਹੜਾ ਇਹ ਫਾਈ ਐਂਗਲ ਹੈਗਾ, ਜਦੋਂ ਕੌਸ ਦੇ ਵਿੱਚ ਇਹਦੀ ਵੈਲਿਊ ਭਰੋਗੇ ਤੁਸੀਂ ਤਾਂ ਤੁਹਾਡੇ ਕੋਲੇ ਕੀ ਆ ਜਾਇਆ ਕਰੂਗਾ, ਪਾਵਰ ਫੈਕਟਰ ਆ ਜਾਇਆ ਕਰੂਗਾ। ਯਾਦ ਰੱਖੋ ਮੈਂ ਕੀ ਕਹਿ ਰਿਹਾ ਗਾ, ਪਾਵਰ ਫੈਕਟਰ ਐਂਗਲ ਤੇ ਪਾਵਰ ਫੈਕਟਰ ਦੋਨਾਂ ਦੇ ਵਿੱਚ ਫਰਕ ਆ। ਜਿਹੜਾ ਐਂਗਲ ਹੋਏਗਾ, ਐਂਗਲ ਦੀ ਵੈਲਿਊ 0 ਤੋਂ ਲੈ ਕੇ 90 ਦੇ ਵਿਚਕਾਰ ਕਿਸੇ ਵੀ ਹੋ ਸਕਦੀ ਹੈਗੀ। ਇੱਕ 10 ਡਿਗਰੀ, 20 ਡਿਗਰੀ, 30 ਡਿਗਰੀ, 40 ਡਿਗਰੀ, 50 ਡਿਗਰੀ ਐਂਗਲ ਦੀ ਗੱਲ ਜਦੋਂ ਆਪਾਂ ਕਰਾਂਗੇ। ਪਰ ਪਾਵਰ ਫੈਕਟਰ ਜਿਹੜਾ ਹੁੰਦਾ ਹੈਗਾ ਇਹ ਘੱਟ ਤੋਂ ਘੱਟ 0 ਤੇ ਵੱਧ ਤੋਂ ਵੱਧ 1 ਹੁੰਦਾ ਹੈਗਾ। ਇਹ ਯਾਦ ਰੱਖਣਾ ਗਾ, ਪੇਪਰ ਦੇ ਵਿੱਚ ਪੁੱਛਿਆ ਜਾਣ ਵਾਲਾ ਕੁਐਸਚਨ ਆ। ਜਿਹੜਾ ਪਾਵਰ ਫੈਕਟਰ ਹੁੰਦਾ cos φ ਹੁੰਦਾ, cos φ ਦੀ ਜਿਹੜੀ ਵੈਲਿਊ ਹੁੰਦੀ ਹੈਗੀ ਦੈਟ ਵੇਰੀਜ਼, ਉਹ ਬਦਲਦੀ ਹੈਗੀ। ਘੱਟੋ ਘੱਟ ਵੈਲਿਊ 0 ਤੇ ਵੱਧ ਤੋਂ ਵੱਧ ਵੈਲਿਊ 1 ਹੁੰਦੀ ਹੈਗੀ। ਤਾਂ 0 ਤੋਂ ਲੈ ਕੇ 1 ਤੱਕ ਸਾਡਾ ਪਾਵਰ ਫੈਕਟਰ ਹੁੰਦਾ। ਮਾੜਾ ਸਭ ਤੋਂ ਇਹਦੇ ਵਿੱਚੋਂ ਮਾੜੇ ਤੋਂ ਮਾੜਾ ਪਾਵਰ ਫੈਕਟਰ ਹੈ ਜਿਹੜਾ ਸਾਡਾ ਉਹ ਹੈਗਾ ਗਾ 0, ਤੇ ਵਧੀਆ ਪਾਵਰ ਫੈਕਟਰ ਜਿਹਨੂੰ ਅਸੀਂ ਵਧੀਆ ਮੰਨਦੇ ਹਾਂ ਉਹ ਹੈਗਾ ਗਾ ਸਾਡਾ 1। ਜੇ ਕਿਸੇ ਵੀ ਵੋਲਟੇਜ ਤੇ ਕਰੰਟ ਦਾ ਐਂਗਲ ਹੈਗਾ ਜਿਹੜਾ, ਜਦੋਂ ਐਂਗਲ ਦੀ ਵੈਲਿਊ ਭਰ ਕੇ ਸਾਡੇ ਕੋਲੇ ਵੈਲਿਊ ਆਊਗੀ ਤਾਂ ਉਹ ਸਾਡੇ ਕੋਲੇ ਜੇ 1 ਆ ਗਈ ਤਾਂ ਸਾਡੇ ਕੋਲੇ ਵਧੀਆ ਪਾਵਰ ਫੈਕਟਰ ਅਸੀਂ ਮੰਨਾਂਗੇ ਉਸ ਸਰਕਟ ਦਾ। ਜੇ ਸਾਡੇ ਕੋਲੇ ਦੀ ਵੈਲਿਊ 0 ਆ ਗਈ ਤਾਂ ਮਾੜਾ ਮੰਨਾਂਗੇ। ਤੇ ਜੇ 0 ਦੇ ਨੇੜੇ ਆ ਗਈ 0.1, 0.2, 0.3, 0.4 ਇਹ ਮਾੜੀਆਂ ਨੇਗੀਆਂ। ਜੇ 1 ਦੇ ਨੇੜੇ ਮਤਲਬ 0.9 ਆ ਗਿਆ, 0.95 ਆ ਗਿਆ, ਇਹ ਸਾਰੀਆਂ ਵਧੀਆ ਵੈਲਿਊਜ਼ ਨੇਗੀਆਂ। 1 ਦੇ ਨੇੜੇ ਜਿੰਨਾ ਪਾਵਰ ਫੈਕਟਰ ਆ ਉਹ ਵਧੀਆ ਹੈਗਾ, 0 ਦੇ ਨੇੜੇ ਜਿੰਨਾ ਪਾਵਰ ਫੈਕਟਰ ਹੈਗਾ ਉਹ ਮਾੜਾ ਹੈਗਾ। ਇਹ ਗੱਲਾਂ ਧਿਆਨ ਰੱਖਣਾ ਹੈ। ਹੁਣ ਇਹ ਨਿਕਲਦਾ ਕਿਵੇਂ ਹੁੰਦਾ, ਇਹਦੇ ਵਾਸਤੇ ਤੁਹਾਨੂੰ ਕੁਝ ਕੁ ਚੀਜ਼ਾਂ ਯਾਦ ਕਰਨੀਆਂ ਪੈਣਗੀਆਂ। ਮੈਂ ਤੁਹਾਨੂੰ ਇੱਕ ਯਾਦ ਕਰਵਾ ਦਿੰਦਾ ਗਾ। ਜਿੱਦਾਂ ਸਾਈਨ ਦੀ ਵੇਵ ਤੁਸੀਂ ਪਹਿਲਾਂ ਦੇਖੀ ਸੀ ਨਾ, ਸਾਈਨ ਵੇਵ ਜਿਹੜੀ ਹੁੰਦੀ ਹੈ, ਸਾਈਨ 0 ਜਿਹੜਾ ਹੁੰਦਾ ਉਹ 0 ਤੇ ਹੁੰਦਾ, ਪਤਾ ਨਾ ਇਸ ਗੱਲ ਦਾ ਵੀ ਜੇ ਐਂਗਲ 0 ਡਿਗਰੀ ਹੋਵੇ ਤਾਂ ਸਾਈਨ 0 ਦੀ ਜਿਹੜੀ ਵੈਲਿਊ ਹੁੰਦੀ ਹੈ ਉਹ 0 ਹੁੰਦੀ ਆ। ਤੇ ਜਿਹੜਾ ਸਾਈਨ 30 ਡਿਗਰੀ ਹੁੰਦਾ ਹੈਗਾ, ਸਾਈਨ 30 ਡਿਗਰੀ ਦੀ ਵੈਲਿਊ 0.5 ਹੁੰਦੀ ਹੈ। ਪਿਛਲੀ ਵੀਡੀਓ ਤੁਹਾਨੂੰ ਕਿਹਾ ਸੀ ਵੀ ਦੇਖਣੀ ਹੈਗੀ। ਤੇ ਸਾਈਨ 45 ਦੀ ਵੈਲਿਊ ਕਿੰਨੀ ਸੀਗੀ ਜੀ, ਯਾਦ ਹੋਊਗਾ ਤੁਹਾਨੂੰ 0.707। ਤੇ ਸਾਈਨ ਜਿਹੜਾ ਹੁੰਦਾ ਸਾਡਾ 60 ਉਹਦੀ ਵੈਲਿਊ ਹੁੰਦੀ ਹੈ 0.866। ਤੇ ਸਾਈਨ ਜਿਹੜਾ ਹੁੰਦਾ 90, ਸਾਈਨ 90 ਦੀ ਵੈਲਿਊ ਕਿੰਨੀ ਹੁੰਦੀ ਹੈ ਜੀ 1। ਇਹ ਵੈਲਿਊਜ਼ ਹੁੰਦੀਆਂ ਨੇ। ਤੇ ਜੇ ਅਸੀਂ cos ਦੀਆਂ ਵੈਲਿਊਜ਼ ਲੱਭਣੀਆਂ ਹੋਣ, ਇਧਰੋਂ ਜਿਵੇਂ ਸਾਈਨ 0 ਲਿਖਿਆ ਇਹਦੇ ਹੇਠਾਂ ਲਿਖੋ cos, ਜੇ ਐਂਗਲ 0 ਹੋਵੇ ਤਾਂ ਉਹਦੀ ਵੈਲਿਊ ਹੁੰਦੀ ਆ 1। ਉੱਪਰ ਕੀ ਆ 30 ਆ,
ਜੇ cos 30 ਹੋਵੇ, ਜੇ cos 30 ਹੋਵੇ, ਕਦੇ ਵੀ ਵੋਲਟੇਜ ਤੇ ਕਰੰਟ ਦਾ ਐਂਗਲ 30 ਡਿਗਰੀ ਹੋਵੇ, ਤਾਂ ਸਾਡੀ ਜਿਹੜੀ ਪਾਵਰ ਫੈਕਟਰ ਆਊਗਾ ਸਾਡਾ ਉਹ ਕਿੰਨਾ ਹੋਊ 0.866 ਆਊ। ਇਹ ਪੁੱਠਾ ਚੱਲਦਾ ਹੁੰਦਾ, ਇਹ ਹੇਠ ਉੱਪਰ ਨੂੰ ਚੱਲਦਾ, ਉਹ ਉੱਪਰੋਂ ਹੇਠਾਂ ਨੂੰ ਜਾਂਦਾ ਹੁੰਦਾ, ਇਹ ਹੇਠ ਉੱਪਰ ਨੂੰ ਜਾਂਦਾ 30 ਡਿਗਰੀ 60 ਡਿਗਰੀ। ਤਾਂ ਇਸ ਤੋਂ ਬਾਅਦ ਆਊਗਾ cos 45 ਡਿਗਰੀ। cos 45 ਦੇ ਉੱਪਰ ਕੋਈ ਫਰਕ ਨਹੀਂ ਹੈਗਾ, sin 45 ਤੇ cos 45 ਜਿਹੜੀ ਵੈਲਿਊ ਹੁੰਦੀ ਹੈ ਸੇਮ ਹੁੰਦੀ ਹੈ। 45 ਤੋਂ ਬਾਅਦ ਸਾਡੇ ਕੋਲ ਆਏਗਾ cos 60 ਡਿਗਰੀ। cos 60 ਡਿਗਰੀ ਦੀ ਵੈਲਿਊ ਜਿਹੜੀ ਹੁੰਦੀ ਹੈ 0.5 ਹੁੰਦੀ ਹੈਗੀ, ਤੇ cos 90 ਜਿਹੜਾ ਹੁੰਦਾ ਹੈਗਾ ਉਹ 0 ਹੁੰਦਾ। ਇਹ ਗੱਲ ਯਾਦ ਰੱਖਣੀ ਹੈਗੀ। ਇਹ ਵੈਲਿਊਜ਼ ਨੂੰ ਤੁਹਾਨੂੰ ਯਾਦ ਕਰਨਾ ਪਏਗਾ ਬੱਚੇ, ਇਹਨੂੰ ਯਾਦ ਕਰਨਾ ਪਏਗਾ, ਯਾਦ ਕਰੇ ਤੋਂ ਬਿਨਾਂ ਤਾਂ ਕੋਈ ਹੱਲ ਨਹੀਂ ਹੈਗਾ। ਜੋ ਕਨਸੈਪਟ ਅਸੀਂ ਅੱਜ ਕਰਨਾ ਉਹਦੇ ਵਾਸਤੇ ਤੁਸੀਂ ਦੋ ਗੱਲਾਂ ਯਾਦ ਰੱਖਣੀਆਂ ਨੇਗੀਆਂ ਕਿ ਜਦੋਂ ਵੀ ਐਂਗਲ ਤੁਹਾਡਾ 90 ਡਿਗਰੀ ਹੋਵੇਗਾ ਉਸ ਵੇਲੇ ਸਾਡਾ ਜਿਹੜਾ ਪਾਵਰ ਫੈਕਟਰ ਹੋਵੇਗਾ ਉਸ ਵੇਲੇ ਪਾਵਰ ਫੈਕਟਰ ਸਾਡਾ 0 ਹੋਵੇਗਾ, ਤੇ ਜਿਸ ਵੇਲੇ ਐਂਗਲ ਸਾਡਾ 0 ਹੋਵੇਗਾ, ਇਹ ਐਂਗਲ ਹੈ ਕਿਹਦਾ? ਵੋਲਟੇਜ ਤੇ ਕਰੰਟ ਦਾ। ਵੋਲਟੇਜ ਤੇ ਕਰੰਟ ਦਾ ਜਿਹੜਾ ਐਂਗਲ ਹੈਗਾ ਜਿਸ ਵੇਲੇ ਇਹ 0 ਹੋਵੇਗਾ ਉਸ ਵੇਲੇ ਸਾਡਾ ਪਾਵਰ ਫੈਕਟਰ ਕਿੰਨਾ ਹੋਵੇਗਾ? 1 ਹੋਵੇਗਾ। ਇਹ ਵਧੀਆ ਕਿਵੇਂ ਹੁੰਦਾ, ਮਾੜਾ ਕਿਵੇਂ ਹੁੰਦਾ, ਇਹ ਤੈਨੂੰ ਅੱਗੇ ਇਸ ਲੈਕਚਰ ਦੇ ਵਿੱਚ ਸਮਝਾਵਾਂਗੇ। ਚਲੋ ਅੱਗੇ ਸਟਾਰਟ ਕਰ ਦਿਆਂਗੇ। ਇਹ ਤੁਹਾਡੀ ਸੀ ਬੇਸਿਕ ਜਿਹੜਾ ਅਸੀਂ ਸਿੱਖਣਾ ਸੀਗਾ। ਹੁਣ ਦੇਖੋ, ਹੁਣ ਅਸੀਂ ਸਟਾਰਟ ਕਰ ਦਿਆਂਗੇ ਵੀ AC ਸਪਲਾਈ ਕਨੈਕਟਡ ਟੂ ਏ ਰਜਿਸਟਰ, ਕਨੈਕਟਡ ਟੂ ਰਜਿਸਟੈਂਸ। ਜਦੋਂ ਰਜਿਸਟੈਂਸ ਨਾਲ ਕਨੈਕਟ ਹੁੰਦਾ ਕੀ ਹੁੰਦਾ? ਦੇਖੋ ਬੱਚੇ, ਜਦੋਂ ਕਦੇ ਵੀ ਸਪੋਜ਼ ਕਰੋ, ਚਲੋ ਅਸੀਂ ਇੱਥੇ ਸਪਲਾਈ ਮੰਨ ਲੈਂਦੇ ਆਂਗੇ, AC ਸਪਲਾਈ ਦਾ ਸਿੰਬਲ ਜਿਹੜਾ ਹੁੰਦਾ ਉਹ ਇੱਦਾਂ ਹੁੰਦਾ ਹੈਗਾ। ਇੱਥੇ ਇੱਕ ਰਜਿਸਟੈਂਸ ਲੱਗੀ ਹੋਈ ਹੈਗੀ, ਇਹ ਰਜਿਸਟੈਂਸ ਦੀ ਵੈਲਿਊ ਹੈਗੀ R ਓਮ। ਇੱਥੇ ਸਾਡੇ ਕੋਲੇ ਕੋਈ ਨਾ ਕੋਈ ਜਿਹੜੀ AC ਸਪਲਾਈ ਆ ਉਹ ਦੋ ਤਰੀਕਿਆਂ ਨਾਲ ਦਿੱਤੀ ਜਾ ਸਕਦੀ ਹੈਗੀ। ਜਾਂ ਤਾਂ ਤੁਹਾਨੂੰ ਦਿੱਤਾ ਹੋਊਗਾ 20 ਵੋਲਟ ਸਪੋਜ਼ ਕਰੋ, ਜਾਂ ਤੁਹਾਨੂੰ ਦਿੱਤਾ ਹੋਊਗਾ 28.28। ਇਹ ਕੋਈ ਵੈਲਿਊ ਪੱਕੀ ਨਹੀਂ ਹੈਗੀ, ਮਤਲਬ ਤੁਹਾਨੂੰ ਵੈਸੇ ਲਿਖ ਕੇ ਦਿਖਾ ਰਿਹਾ sin 314t। ਮਤਲਬ ਜਾਂ ਤਾਂ ਇੰਸਟੇਨੀਅਸ ਦੇ ਫਾਰਮ ਦੇ ਵਿੱਚ ਲਿਖੀ ਹੋਈ ਹੋਊਗੀ ਵੋਲਟੇਜ, ਜਾਂ ਤੁਹਾਨੂੰ ਵੋਲਟੇਜ ਸਿੱਧੀ ਲਿਖੀ ਹੋਈ ਹੋਊਗੀ। ਇੱਥੋਂ ਤੁਸੀਂ ਕੱਢਣਾ ਹੋਏਗਾ ਪੂਰੇ ਸਰਕਟ ਦੇ ਵਿੱਚ ਜਿਹੜਾ ਕਰੰਟ ਆ ਉਹ ਕਿੰਨਾ ਫਲੋ ਹੋ ਰਿਹਾ AC ਸਰਕਟ ਵਾਸਤੇ। ਤਾਂ ਜਿਹੜਾ ਕਰੰਟ ਹੁੰਦਾ ਗਾ, ਕਰੰਟ ਜਿਹੜਾ ਹੁੰਦਾ ਉਹ ਹੁੰਦਾ ਗਾ ਟੋਟਲ ਵੋਲਟੇਜ ਡਿਵਾਈਡ ਬਾਈ ਟੋਟਲ ਰਜਿਸਟੈਂਸ। ਸਾਨੂੰ ਪਤਾ ਹੈ ਸਾਰਿਆਂ ਨੂੰ, ਜਿਵੇਂ DC ਸਪਲਾਈ ਦੇ ਵਿੱਚ ਸੀਗਾ ਉਹੀ AC ਸਪਲਾਈ ਦੇ ਵਿੱਚ ਹੈਗਾ। ਤਾਂ ਇੱਥੋਂ ਅਸੀਂ ਕਰਨਾ ਕੀ ਹੈਗਾ, ਯਾਦ ਰੱਖਣੀ ਹੈ ਕਿ ਜਿਹੜਾ ਇਹ ਕਰੰਟ ਅਸੀਂ ਕੱਢਣ ਜਾ ਰਹੇ ਹਾਂ, ਇਹ ਕਰੰਟ ਜਿਹੜਾ ਸਾਡਾ ਹੈਗਾ ਇਹ RMS ਕਰੰਟ ਹੈਗਾ। ਤਾਂ RMS ਕਰੰਟ ਵਾਸਤੇ ਹਮੇਸ਼ਾ ਜਿਹੜੀ ਇਹ ਵੋਲਟੇਜ ਲੈਣੀ ਹੈਗੀ ਇਹ RMS ਵੋਲਟੇਜ ਹੀ ਹੋਣੀ ਚਾਹੀਦੀ ਹੈ। ਇਹ ਗੱਲ ਯਾਦ ਰੱਖਣੀ ਹੈ। ਮਤਲਬ ਕੀ ਹੈ, ਜੇ ਮੈਂ ਇੱਥੇ ਲਿਖ ਲਵਾਂ ਵੀ ਮੇਰੇ ਕੋਲ R ਦੀ ਜਿਹੜੀ ਵੈਲਿਊ ਹੈਗੀ, ਆਪਾਂ ਸਪੋਜ਼ ਮੰਨ ਲੈਂਦੇ ਹਾਂ ਵੀ ਇਹ ਹੈਗੀ ਆ 2 ਓਮ। ਤਾਂ ਜੇ ਇੱਥੇ ਕਰੰਟ ਕੱਢਣਾ ਹੋਵੇ ਵੀ ਕਰੰਟ ਕਿੰਨਾ ਹੈਗਾ, ਦੇਖੋ ਵੋਲਟੇਜ ਜਿਹੜੀ ਹੈ ਜਾਂ ਤਾਂ ਜੇ ਤਾਂ ਇੱਦਾਂ ਦਿੱਤਾ ਹੋਇਆ 20 ਵੋਲਟ ਫਿਰ ਤਾਂ ਠੀਕ ਹੈ, ਫਿਰ ਤਾਂ ਆਪਾਂ ਸਿੱਧਾ ਕਰ ਲਾਂਗੇ 20 ਡਿਵਾਈਡ ਬਾਏ 2, ਸਾਡੇ ਕੋਲ ਕਰੰਟ ਆ ਜਾਏਗਾ 10 ਐਂਪੀਅਰ। ਵੀ ਇਸ ਸਰਕਟ ਦੇ ਵਿੱਚੋਂ ਕਿੰਨਾ 10 ਐਂਪੀਅਰ ਕਰੰਟ ਫਲੋ ਹੋ ਰਿਹਾ। ਪਰ ਸਪੋਜ਼ ਕਰੋ ਤੁਹਾਨੂੰ RMS ਵੈਲਿਊ ਨਾ ਦੇ ਕੇ ਤੁਹਾਨੂੰ ਆਹ ਇਕੁਏਸ਼ਨ ਦਿੱਤੀ ਹੋਵੇ ਅਤੇ ਤੁਹਾਨੂੰ ਪੁੱਛਿਆ ਹੋਵੇ ਵੀ ਦੱਸੋ ਜੀ ਕਰੰਟ ਕਿੰਨਾ ਹੈਗਾ, ਤਾਂ ਤੁਸੀਂ ਯਾਦ ਰੱਖਣਾ ਪਹਿਲਾਂ ਜਿਹੜੀ ਇਹ ਵੈਲਿਊ ਨੂੰ ਅਸੀਂ ਕੀ ਮੰਨਦੇ ਹੁੰਦੇ ਹੈਗੇ? ਮੈਕਸਿਮਮ ਵੈਲਿਊ ਨਾ। ਅਤੇ ਮੈਕਸਿਮਮ ਵੈਲਿਊ ਦੇ ਨਾਲ ਕਦੇ RMS ਕਰੰਟ ਨਹੀਂ ਕੱਢਣਾ ਹੈਗਾ। ਇਹ ਗੱਲ ਯਾਦ ਰੱਖਣੀ, RMS ਕਰੰਟ ਕਦੇ ਨਹੀਂ ਨਿਕਲੇਗਾ ਮੈਕਸਿਮਮ ਵੈਲਿਊ ਦੇ ਨਾਲ। ਤੁਸੀਂ ਇਸ ਜਿਹੜੀ ਮੈਕਸਿਮਮ ਵੈਲਿਊ ਇਹਨੂੰ RMS ਬਣਾਉਣੀ ਪਏਗੀ। ਮਤਲਬ ਕਿਵੇਂ ਬਣੇਗੀ? ਉਹ 28.28 ਨੂੰ ਗੁਣਾ ਡਿਵਾਈਡ ਕਰਨਾ ਪਏਗਾ √2 ਦੇ ਨਾਲ, ਉੱਥੋਂ ਸਾਡੇ ਕੋਲ 20 ਵੋਲਟ ਆਏਗਾ। ਜੇ ਤੁਸੀਂ ਸਿੱਧਾ ਕਰ ਦੋਗੇ ਵੀ ਆਹ ਵੋਲਟੇਜ ਲੈ ਲਓਗੇ 28.28 ਡਿਵਾਈਡ ਬਾਏ 2 ਕਰ ਦੋਗੇ 14.14 ਐਂਪੀਅਰ ਕਰੰਟ ਕੱਢ ਲਓਗੇ ਤਾਂ ਉਹ ਗਲਤ ਹੋਊਗਾ ਸਾਡਾ। ਕਲੀਅਰ ਹੋ ਗਈ ਜੀ ਗੱਲ ਇਹ? ਤਾਂ ਹਮੇਸ਼ਾ ਕਿਹੜਾ ਕਰੰਟ ਲੈਣਾ ਗਾ ਅਸੀਂ ਹਮੇਸ਼ਾ ਵੋਲਟੇਜ ਕਿਹੜੀ ਲੈਣੀ ਆ? RMS ਵੈਲਿਊ ਲੈਣੀ ਆ। ਓਕੇ, ਅੱਗੇ ਚਲੋ ਜੀ। ਆਪਾਂ ਹੁਣ ਰਜਿਸਟੈਂਸ ਵਾਸਤੇ ਤੁਸੀਂ ਕੀ ਯਾਦ ਰੱਖਣਾ ਬੱਚੇ? ਰਜਿਸਟੈਂਸ ਵਾਸਤੇ ਤੁਸੀਂ ਕੀ ਯਾਦ ਰੱਖਣਾ? ਜਿਹਨੇ ਉਤਾਰਨਾ ਉਤਾਰ ਲਓ। ਰਜਿਸਟੈਂਸ ਵਾਸਤੇ ਦੋ ਗੱਲਾਂ ਯਾਦ ਰੱਖਣੀਆਂ ਨੇ। ਜਿਹੜਾ ਕਰੰਟ ਇੱਥੇ ਅਸੀਂ ਇੱਕ ਵੋਲਟੇਜ ਹੈਗੀ ਇੱਥੇ, ਅਤੇ ਇਸ ਵੋਲਟੇਜ ਨੇ ਕੋਈ ਨਾ ਕੋਈ 10 ਐਂਪੀਅਰ ਕਰੰਟ ਭੇਜਿਆ ਹੈਗਾ। ਜਦੋਂ ਉਹ ਕਰੰਟ ਇਸ ਰਜਿਸਟੈਂਸ ਦੇ ਵਿੱਚ ਦੀ ਲੰਘੇਗਾ, ਵੋਲਟੇਜ ਇੱਕ ਕਰੰਟ ਆ, ਜਦੋਂ ਇਸ ਰਜਿਸਟੈਂਸ ਦੇ ਵਿੱਚ ਦੀ ਲੰਘੇਗਾ ਤਾਂ ਉਹਦੇ ਐਂਗਲ ਦੇ ਉੱਪਰ ਕੋਈ ਚੇਂਜ ਨਹੀਂ ਆਉਂਦਾ। ਮਤਲਬ ਕੀ ਹੈਗਾ, ਵੋਲਟੇਜ ਅਤੇ ਕਰੰਟ ਆਪਸ ਦੇ ਵਿੱਚ 0 ਡਿਗਰੀ ਦੇ ਉੱਪਰ ਹੋਣਗੇ। ਇਹ ਗੱਲ ਯਾਦ ਰੱਖਣੀ ਹੈ, 0 ਡਿਗਰੀ ਦੇ ਉੱਪਰ ਹੋਣਗੇ। 0 ਡਿਗਰੀ ਦੇ ਉੱਪਰ ਹੋਣਗੇ ਦਾ ਕੀ ਮਤਲਬ ਹੈਗਾ? ਇਹਦਾ ਮਤਲਬ ਕੀ ਹੈਗਾ, ਵੋਲਟੇਜ ਤੇ ਕਰੰਟ ਦਾ ਜਿਹੜਾ ਐਂਗਲ ਆ ਉਹ ਕਿੰਨਾ ਗਾ? 0 ਡਿਗਰੀ ਆ। 0 ਡਿਗਰੀ ਆ। ਜੇ 0 ਡਿਗਰੀ ਆ ਤਾਂ cos 0 ਦੀ ਵੈਲਿਊ ਅਸੀਂ ਕਿੰਨੀ ਦੇਖੀ ਸੀਗੀ? 1। ਯਾਦ ਹੋ ਗਿਆ ਹੁਣ ਤੱਕ ਤਾਂ? ਇਹਦਾ ਮਤਲਬ ਜਦੋਂ ਕਦੇ ਵੀ AC ਸਪਲਾਈ ਅਸੀਂ ਜੋੜਦੇ ਹਾਂ ਕਿਸੇ ਰਜਿਸਟੈਂਸ ਦੇ ਨਾਲ, ਉਹਦਾ ਜਿਹੜਾ ਪਾਵਰ ਫੈਕਟਰ ਹੁੰਦਾ ਹੈਗਾ, ਪਾਵਰ ਫੈਕਟਰ ਜਿਹੜਾ ਹੁੰਦਾ ਹੈਗਾ ਉਹ 1 ਹੁੰਦਾ। ਇਹ ਗੱਲ ਯਾਦ ਰੱਖਣੀ ਹੈਗੀ।
ਜੇ ਕਦੇ ਪਾਵਰ ਫੈਕਟਰ 1 ਹੋਊਗਾ ਉਸ ਸਰਕਟ ਨੂੰ ਆਪਾਂ ਕਹਾਂਗੇ ਰਜਿਸਟਿਵ ਸਰਕਟ। ਰਜਿਸਟਿਵ ਸਰਕਟ, ਇਹ ਗੱਲ ਯਾਦ ਰੱਖਣੀ ਹੈ ਬੱਚਿਓ। ਓਕੇ, ਕੀ ਗੱਲ ਯਾਦ ਰੱਖਣੀ ਹੈ ਕਿ ਜਦੋਂ ਕਦੇ ਵੀ ਰਜਿਸਟੈਂਸ ਦੇ ਵਿੱਚ ਦੀ ਆਪਣਾ ਜਿਹੜਾ ਵੋਲਟੇਜ ਤੇ ਕਰੰਟ ਲੰਘਣਗੇ ਤਾਂ ਵੋਲਟੇਜ ਤੇ ਕਰੰਟ ਉਸੇ ਐਂਗਲ ਦੇ ਉੱਪਰ ਹੋਣਗੇ, 0 ਡਿਗਰੀ ਦੇ ਉੱਪਰ ਹੀ ਹੋਣਗੇ ਜਿਹੜੇ ਐਂਗਲ ਦੇ ਉੱਪਰ ਇੱਥੋਂ ਚੱਲੇ ਸੀਗੇ। ਠੀਕ ਹੈ ਜੀ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਰਾਜੇ ਇਹਦੇ ਨਾਲ ਕਿਵੇਂ ਹੋ ਜਾਂਦਾ ਹੈਗਾ। ਜੇ ਨਹੀਂ ਸਮਝ ਆ ਰਿਹਾ ਹੈਗਾ ਤਾਂ ਦੇਖੋ ਕੀ ਕਰਨਾ ਹੈਗਾ ਵੀ ਇਹਦੇ ਵਿੱਚ ਕੀ ਹੋਊਗਾ, ਕਿਉਂ ਹੋ ਜਾਣਗੇ। ਸਪੋਜ਼ ਕਰੋ ਤੁਹਾਡੇ ਕੋਲੇ, ਮੈਂ ਇੱਕ ਸਿੰਪਲ ਐਗਜ਼ਾਮਪਲ ਲੈਂਦੇ, ਇੱਕ ਗੰਨਾ ਹੈਗਾ। ਓਕੇ, ਆ ਗੰਨਾ ਹੈਗਾ ਕੋਈ ਨਾ ਕੋਈ। ਇੱਕ ਮਸ਼ੀਨ ਹੁੰਦੀ ਹੈਗੀ, ਪੰਜਾਬੀ ਪਿੰਡਾਂ ਵਾਲੀ ਹੋ ਜ਼ਿਆਦਾਤਰ, ਤੁਸੀਂ ਮੈਨੂੰ ਪਤਾ ITI ਵਾਲੇ ਹੋਗੇ। ਇੱਕ ਮਸ਼ੀਨ ਹੁੰਦੀ ਹੈ ਟੋਕੇ ਵਾਲੀ। ਜੇ ਤੁਸੀਂ ਇਸ ਟੋਕੇ ਵਾਲੀ ਮਸ਼ੀਨ ਦੇ ਵਿੱਚ ਇਸ ਗੰਨੇ ਨੂੰ ਪਾਓਗੇ ਤਾਂ ਕੀ ਹੋਊਗਾ, ਛੋਟੇ ਛੋਟੇ ਪੀਸ ਹੋਣਗੇ। ਇਹ ਕਦੋਂ ਹੋਇਆ, ਜਦੋਂ ਤੁਸੀਂ ਟੋਕੇ ਵਾਲੀ ਮਸ਼ੀਨ ਦੇ ਵਿੱਚ ਪਾਇਆ। ਉਦੋਂ ਛੋਟੇ ਛੋਟੇ ਪੀਸ ਹੋਏ। ਪਰ ਜੇ ਸੇਮ ਇਹੀ ਤੁਹਾਡਾ ਸ਼ੂਗਰ ਕੇਨ, ਇਹੀ ਤੁਹਾਡਾ ਗੰਨਾ ਇੱਕ ਘੁਲਾੜ ਦੇ ਵਿੱਚ ਪਾਓ ਤੁਸੀਂ, ਜਿਹਦੇ ਵਿੱਚ ਆਹ ਬੇਲਣੇ ਲੱਗੇ ਹੁੰਦੇ ਹੈਗੇ ਅਤੇ ਜਿਹੜਾ ਇੱਦਾਂ ਚੱਲ ਰਿਹਾ ਹੁੰਦਾ ਹੈਗਾ, ਜੇ ਇਹਦੇ ਵਿੱਚ ਪਾਓਗੇ ਤਾਂ ਉੱਥੇ ਵੀ ਤੁਹਾਡੇ ਛੋਟੇ ਛੋਟੇ ਪੀਸ ਹੋਣਗੇ? ਨਹੀਂ। ਉੱਥੇ ਕੀ ਹੋਊਗਾ, ਉੱਥੇ ਜੂਸ ਨਿਕਲੇਗਾ ਇਹਦੇ ਵਿੱਚੋਂ, ਉੱਥੇ ਪੀਸ। ਇਹਦਾ ਮਤਲਬ ਗੰਨਾ ਇਹੀ ਹੈਗਾ। ਇੱਕ ਵਾਰ ਤਾਂ ਇੱਕ ਆ ਜਿਹੜੀ ਮਸ਼ੀਨ ਹੈ ਕੀ ਕਰ ਰਹੀ ਹੈਗੀ, ਇਹਨੂੰ ਪੀਸਿਸ ਦੇ ਵਿੱਚ ਤੋੜ ਰਹੀ ਹੈਗੀ, ਕੱਟ ਰਹੀ ਹੈਗੀ। ਇੱਕ ਕੀ ਕਰ ਰਹੀ ਹੈ, ਇੱਕ ਜੂਸ ਨੂੰ ਅਤੇ ਜਿਹੜਾ ਰਾ ਮਟੀਰੀਅਲ ਰਹਿ ਗਿਆ ਪਿੱਛੇ, ਜਿਹੜੇ ਸੱਕ ਰਹਿ ਗਏ ਜਿਹੜੇ, ਉਹਨੂੰ ਅਲੱਗ ਕਰ ਰਹੀ ਹੈਗੀ। ਇਹਦਾ ਮਤਲਬ ਸੇਮ ਉਸੇ ਤਰੀਕੇ ਦੇ ਨਾਲ ਜਿਹੜੀ ਵੋਲਟੇਜ ਅਤੇ ਕਰੰਟ ਜਦੋਂ ਕਿਸੇ ਰਜਿਸਟੈਂਸ ਦੇ ਵਿੱਚ ਦੀ ਲੰਘੇਗਾ ਉਦੋਂ ਕੋਈ ਹੋਰ ਬਿਹੇਵੀਅਰ ਹੋਏਗਾ, ਜਦੋਂ ਕਿਸੇ ਇੰਡਕਟਰ ਦੇ ਵਿੱਚ ਲੰਘੇਗਾ ਉਦੋਂ ਹੋਰ ਹੋਏਗਾ, ਜਦੋਂ ਕਿਸੇ ਕਪੈਸਿਟਰ ਦੇ ਵਿੱਚ ਲੰਘੇਗਾ ਉਦੋਂ ਹੋਰ ਹੋਏਗਾ। ਤਾਂ ਹੁਣ ਤੱਕ ਅਸੀਂ ਕੀ ਦੇਖਿਆ ਹੈਗਾ, ਹੁਣ ਤੱਕ ਅਸੀਂ ਦੇਖਿਆ ਜੇ ਰਜਿਸਟੈਂਸ ਦੇ ਵਿੱਚ ਲੰਘੇਗਾ ਤਾਂ ਰਜਿਸਟੈਂਸ ਦੇ ਕੇਸ ਦੇ ਵਿੱਚ ਉਹਨੂੰ ਕੋਈ ਆਪਸ ਦੇ ਵਿੱਚ ਐਂਗਲ ਦੇ ਵਿੱਚ ਫਰਕ ਨਹੀਂ ਪਵੇਗਾ। ਜਿਹੜਾ ਐਂਗਲ ਤੁਹਾਡਾ ਹੇਠਾਂ ਸੀਗਾ ਉਹੀ ਐਂਗਲ ਤੁਹਾਡਾ ਉੱਪਰ ਵੀ ਹੋਏਗਾ। ਤਾਂ ਤੀਜੀ ਗੱਲ ਜਿਹੜੀ ਦੇਖਣੀ ਹੈ, ਪਹਿਲੀ ਗੱਲ ਅਸੀਂ ਦੇਖ ਲਿਆ। ਪਹਿਲੀ ਗੱਲ ਦੇਖੀ ਅਸੀਂ ਕਰੰਟ ਕਿਵੇਂ ਕੱਢਣਾ ਗਾ। ਉਹ ਕੀ ਆ, VRMS ਵੈਲਿਊ ਡਿਵਾਈਡ ਬਾਏ ਰਜਿਸਟੈਂਸ। ਦੂਜੀ ਬੱਚੇ ਇਹਦੇ ਵਿੱਚ ਅਸੀਂ ਕੱਢਿਆ ਗਾ ਵੈਲਿਊ ਕਹੀ ਹੈਗੀ ਵੀ ਜਿਹੜਾ ਵੋਲਟੇਜ ਤੇ ਕਰੰਟ ਹੁੰਦਾ ਗਾ ਉਹ ਇਨ ਫੇਸ ਹੁੰਦਾ ਗਾ। ਮਤਲਬ ਜੇ ਇਨ ਫੇਸ ਹੁੰਦਾ ਤਾਂ ਇਹਦਾ ਪਾਵਰ ਫੈਕਟਰ ਕਿੰਨਾ ਹੁੰਦਾ ਗਾ, ਲਿਖਣਾ ਗਾ ਅਸੀਂ। ਪਾਵਰ ਫੈਕਟਰ ਜਿਹੜਾ ਹੁੰਦਾ ਗਾ ਉਹ 1 ਹੁੰਦਾ ਗਾ। 1 ਪਾਵਰ ਫੈਕਟਰ ਨੂੰ ਕਈ ਥਾਵਾਂ ਦੇ ਉੱਪਰ ਯੂਨਿਟੀ ਵੀ ਲਿਖਿਆ ਜਾਂਦਾ। ਲਾਸਟ ਚੀਜ਼, ਚੌਥਾ, ਅਸੀਂ ਕੱਢਣੀ ਆ ਪਾਵਰ, ਵੀ ਟੋਟਲ ਪਾਵਰ ਇਹਦੇ ਵਿੱਚ ਸ਼ਕਤੀ ਕਿੰਨੀ ਪੈਦਾ ਹੋਵੇਗੀ। ਯਾਦ ਰੱਖਿਓ DC ਸਪਲਾਈ ਵਾਸਤੇ ਸਾਡਾ ਫਾਰਮੂਲਾ ਕਿੰਨਾ ਸੀਗਾ, ਵੋਲਟੇਜ ਤੇ ਕਰੰਟ ਸੀਗਾ, ਹੈ ਨਾ। ਜੋ DC ਸਪਲਾਈ ਪੜ੍ਹਦੇ V/I ਸੀਗਾ। ਇਹਦੇ ਵਿੱਚ ਨਾਲ ਮਲਟੀਪਲਾਈ ਹੋਊਗਾ cos φ। DC ਤੇ AC ਦੇ ਵਿੱਚ ਇੰਨਾ ਕੁ ਫਰਕ ਆ, ਕਿਉਂਕਿ AC ਦੇ ਵਿੱਚ ਸਾਨੂੰ ਦਿੱਕਤ ਆਉਂਦੀ ਹੈ ਨਾ ਵੋਲਟੇਜ ਤੇ ਕਰੰਟ ਦੇ ਐਂਗਲ ਦੀ, ਤਾਂ ਐਂਗਲ ਤੋਂ ਵੀ ਡਿਸਾਈਡ ਕੀਤਾ ਜਾਵੇਗਾ ਕਿ ਸਾਡਾ ਜਿਹੜੀ ਟੋਟਲ ਪਾਵਰ ਆ ਉਹ ਕਿੰਨੀ ਹੈਗੀ। ਜੇ ਕਿਸੇ ਦਾ ਪਾਵਰ ਫੈਕਟਰ ਵਧੀਆ ਤਾਂ ਪਾਵਰ ਵੱਧ ਪੈਦਾ ਹੋਇਆ ਕਰੂਗੀ, ਜੇ ਘਟੀ ਹੈਗਾ ਤਾਂ ਪਾਵਰ ਕਿਹੜੀ ਘੱਟ ਪੈਦਾ ਹੋਇਆ ਕਰੂਗੀ। ਤਾਂ ਨਾਲ ਆਹ ਫਾਰਮੂਲਾ ਲੱਗੂਗਾ। ਤਾਂ ਇੱਥੇ ਸਾਡੇ ਕੋਲੇ ਹੁਣ ਜੇ ਆਪਾਂ ਦੇਖੀਏ ਇਸ ਪੂਰੇ ਫਾਰਮੂਲੇ ਦੇ ਵਿੱਚ ਜਿਹੜਾ ਦਿੱਤਾ ਹੋਇਆ ਵੈਲਿਊ, ਇਹਦੇ ਵਿੱਚ ਜਿਹੜਾ ਪਾਵਰ ਆ ਗਈ, ਪਾਵਰ ਹੈ ਕਿੰਨੀ ਹੈਗੀ, V/I cos φ। ਵੋਲਟੇਜ ਤੁਹਾਡੀ ਕਿੰਨੀ, RMS ਵੋਲਟੇਜ ਕਿੰਨੀ ਨਿਕਲੀ ਸੀਗੀ ਤੁਹਾਡੀ, ਆ ਪਈ ਹੈਗੀ 20। ਕਰੰਟ ਕਿੰਨਾ ਨਿਕਲਿਆ ਸੀਗਾ ਤੁਹਾਡਾ 10, ਅਤੇ cos φ ਕਿੰਨਾ ਗਾ ਸਾਡਾ, cos φ ਦੀ ਵੈਲਿਊ ਦੇਖਿਓ ਕਿੰਨੀ ਆਈ ਸੀਗੀ 1। ਤਾਂ ਇੱਥੇ ਸਾਡੇ ਕੋਲ ਹੋ ਗਈ 20 ਗੁਣਾ 10, ਕਿੰਨਾ ਆ ਗਿਆ, 200 ਵਾਟ ਆ ਗਿਆ ਜੀ ਆਨਸਰ। ਕਲੀਅਰ ਹੋ ਗਈ ਜੀ ਗੱਲ ਇਹ। ਤਾਂ ਰਜਿਸਟਰ ਦੇ ਕੇਸ ਦੇ ਵਿੱਚ ਆਹ ਜਿਹੜੀਆਂ ਸਾਰੀਆਂ ਗੱਲਾਂ ਨੇ ਇਹਨੂੰ ਯਾਦ ਕਰ ਲਓ, ਨੋਟ ਕਰ ਲਓ। ਚਲੋ ਦੂਜੇ ਨੰਬਰ ਦੇ ਉੱਪਰ ਚੱਲਦੇ ਆਂਗੇ ਹੁਣ ਆਪਾਂ। ਸਪੋਜ਼ ਕਰੋ ਸੈਕਿੰਡ ਤੁਹਾਨੂੰ ਦਿੱਤਾ ਹੋਇਆ ਹੈਗਾ ਹੁਣ AC ਸਪਲਾਈ ਪਾਸਡ ਲੰਘਦੀ ਹੈ ਥਰੂ ਇੰਡਕਟਰ ਦੇ ਵਿੱਚ ਜਦੋਂ ਲੰਘੇ ਤਾਂ ਕੀ ਹੁੰਦਾ ਹੈਗਾ। ਆ ਲਓ, ਅਸੀਂ ਇੰਡਕਟਰ ਦੀ ਜਿਹੜੀ ਸ਼ੇਪ ਹੈਗੀ ਉਹ ਆਹ ਇੰਡਕਟਰ ਦੀ ਸ਼ੇਪ ਹੁੰਦੀ ਹੈ ਪਤਾ ਸਾਨੂੰ। ਇਸ ਇੰਡਕਟਰ ਨੂੰ ਲਗਾਇਆ ਹੋਇਆ ਹੈਗਾ ਕਿਸੇ ਇੱਕ ਇੱਥੇ AC ਸਪਲਾਈ ਦੇ ਨਾਲ, ਉਹੀ ਮੰਨ ਲੈਂਦੇ ਆਪਾਂ 14.14 ਮੰਨ ਲੈਂਦੇ ਹਾਂ ਕਿ 14.14 ਸਾਈਨ 314T ਇਹ ਵੋਲਟੇਜ ਦਿੱਤੀ ਹੋਈ ਆ। ਇੱਥੇ ਸਾਨੂੰ ਦਿੱਤਾ ਹੋਇਆ ਹੈਗਾ 4 ਓਹਮ ਦੀ XL ਦਿੱਤੀ ਹੋਈ ਹੈਗੀ। ਜਿਹੜਾ ਇੰਡਕਟਰ ਹੁੰਦਾ, ਇੰਡਕਟਰ ਵੈਸੇ L ਦੇ ਨਾਲ ਡਿਨੋਟ ਕਰਦੇ ਹੈਗੇ ਆਪਾਂ। ਜੇ ਤਾਂ ਉਹਨਾਂ ਨੇ ਇੱਦਾਂ ਕਿਹਾ ਵੀ L ਦੀ ਵੈਲਿਊ ਹੈਗੀ ਆ 2 ਹੈਨਰੀ, ਫਿਰ ਤਾਂ ਯਾਦ ਰੱਖਣਾ ਤੁਸੀਂ ਪਹਿਲਾਂ ਇਸ L ਨੂੰ ਕਨਵਰਟ ਕਰਨਾ XL ਦੇ ਵਿੱਚ।
ਕਿਉਂਕਿ ਜਿਹੜਾ ਕਰੰਟ ਹੁੰਦਾ ਕਿਸੇ ਇੰਡਕਟਰ ਦੇ ਵਿੱਚ, ਜਿਹੜਾ ਅਸੀਂ ਕਰੰਟ ਕੱਢਾਂਗੇ, ਕਰੰਟ ਦਾ ਫਾਰਮੂਲਾ ਜਿਹੜਾ ਹੁੰਦਾ ਕਰੰਟ ਕੱਢਣ ਦਾ ਹੁੰਦਾ ਵੋਲਟੇਜ ਡਿਵਾਈਡ ਬਾਏ XL। ਕਦੇ ਵੀ L ਤੋਂ ਕਰੰਟ ਨਹੀਂ ਨਿਕਲਦਾ ਹੁੰਦਾ, ਕੀ ਤੋਂ ਨਿਕਲਦਾ ਹੁੰਦਾ, XL ਤੋਂ ਨਿਕਲਦਾ ਹੁੰਦਾ। ਪਹਿਲਾਂ L ਨੂੰ XL ਦੇ ਵਿੱਚ ਬਦਲਣਾ ਪੈਂਦਾ ਹੁੰਦਾ। ਉਹ ਕਿਵੇਂ ਬਦਲਿਆ ਜਾਂਦਾ ਹੁੰਦਾ, 2πfL, ਮਤਲਬ 2 ਗੁਣਾ 3.14 ਗੁਣਾ ਜਿਹੜੀ ਤੁਹਾਨੂੰ ਫਰੀਕੁਐਂਸੀ ਦਿੱਤੀ ਹੋਵੇਗੀ ਅਤੇ ਜਿਹੜੀ ਵੀ L ਦੀ ਵੈਲਿਊ ਦਿੱਤੀ ਹੋਵੇਗੀ ਉਹ ਭਰਾਂਗੇ। ਫਿਰ ਇੱਥੋਂ ਸਾਡੇ ਕੋਲ ਜਿਹੜੀ ਵੈਲਿਊ ਬਣੂਗੀ ਉਹ ਸਾਡਾ XL ਬਣੂਗਾ। ਬਟ ਇੱਥੇ ਕੁਐਸਚਨ ਇਹਨਾਂ ਨੇ ਸੌਖਾ ਕਰਕੇ ਦਿੱਤਾ, ਸਾਨੂੰ ਸਿੱਧਾ XL ਦੇਤਾ 4 ਓਮ। ਤਾਂ ਸਿੱਧਾ ਜੇ XL ਦੇਤਾ, ਹੁਣ ਦੇਖੋ ਅਸੀਂ ਕੀ ਕਰਾਂਗੇ। ਸਭ ਤੋਂ ਪਹਿਲਾ ਕੰਮ ਕਰਨਾ ਅਸੀਂ ਕਰੰਟ ਕੱਢਣ ਦਾ। ਕਰੰਟ ਜਿਹੜਾ ਹੁੰਦਾ ਗਾ ਇੱਕ XL ਸਰਕਟ ਵਾਸਤੇ, ਇੱਕ ਇੰਡਕਟਿਵ, ਇਹਨੂੰ ਆਪਾਂ ਇੰਡਕਟਿਵ ਸਰਕਟ ਕਹਾਂਗੇ। ਇੱਕ ਇੰਡਕਟਰ ਵਾਸਤੇ ਜਿਹੜਾ ਕਰੰਟ ਹੁੰਦਾ ਇਹ ਤਾਂ ਜੇ ਸਿਰਫ ਇਕੱਲਾ ਇੰਡਕਟਰ ਹੋਵੇ। ਇੱਕ ਇੰਡਕਟਰ ਵਾਸਤੇ ਜਿਹੜਾ ਕਰੰਟ ਹੁੰਦਾ ਗਾ ਉਹ ਕੀ ਹੁੰਦਾ ਗਾ, ਟੋਟਲ ਜਿਹੜੀ ਵੋਲਟੇਜ ਆ RMS ਵੋਲਟੇਜ ਡਿਵਾਈਡ ਬਾਏ XL। ਉਹਦੇ ਵਿੱਚ ਵੋਲਟੇਜ ਵੱਡੇ ਰੈਜ਼ਿਸਟੈਂਸ ਸੀ ਨਾ, ਮਤਲਬ ਉੱਪਰ ਵੋਲਟੇਜ ਸੀ, ਹੇਠਾਂ ਪ੍ਰਤੀਰੋਧ ਸੀਗਾ ਨਾ। ਇਹਦੇ ਵਿੱਚ ਵੀ ਉੱਪਰ ਵੋਲਟੇਜ ਆ, ਹੇਠਾਂ ਪ੍ਰਤੀਰੋਧ ਆ। ਇਹਦੇ ਵਿੱਚ ਪ੍ਰਤੀਰੋਧ, ਉੱਥੇ ਰੈਜ਼ਿਸਟੈਂਸ ਸੀ ਤਾਂ ਰੈਜ਼ਿਸਟੈਂਸ ਦਾ ਪ੍ਰਤੀਰੋਧ ਸੀਗਾ। ਇੱਥੇ ਸਾਡੇ ਕੋਲ ਇੰਡਕਟਰ ਆ ਤਾਂ ਇੰਡਕਟੈਂਸ ਦਾ ਪ੍ਰਤੀਰੋਧ ਹੈਗਾ। ਇੰਡਕਟੈਂਸ ਦੇ ਪ੍ਰਤੀਰੋਧ ਨੂੰ ਆਪਾਂ ਕਹਿੰਦੇ XL। ਤਾਂ ਜੇ ਆਪਾਂ ਇੱਥੋਂ ਕੱਢਣਾ ਹੋਵੇ, ਆਪਾਂ ਇੱਥੋਂ ਦੇਖੋ ਜੀ ਕਿਵੇਂ ਕੱਢਾਂਗੇ। ਆਪਾਂ ਉੱਪਰਲਾ ਸਰਕਟ ਹੈਗਾ ਸਾਡੇ ਕੋਲ, ਵੋਲਟੇਜ ਜਿਹੜੀ ਹੈਗੀ ਸਾਡੀ, ਆਹ ਜਿਹੜਾ ਸਾਡੇ ਵੋਲਟੇਜ ਇਹ ਹੈਗੀ ਮੈਕਸਿਮਮ ਵੈਲਿਊ। ਅਸੀਂ ਮੈਕਸਿਮਮ ਵੈਲਿਊ ਇੱਥੇ ਨਹੀਂ ਭਰਨੀ, ਅਸੀਂ ਭਰਨੀ ਹੈ ਇੱਥੇ RMS ਵੈਲਿਊ। ਮਤਲਬ 14.14 ਨੂੰ ਡਿਵਾਈਡ ਕਰਨਾ √2 ਦੇ ਨਾਲ। ਇੱਥੋਂ ਤੁਸੀਂ ਕੈਲਕੂਲੇਟਰ ਦੇ ਨਾਲ ਕਰਕੇ ਦੇਖ ਲਿਓ, 10 ਵੋਲਟ ਆ ਜਾਊਗਾ। ਤਾਂ ਮਤਲਬ ਕੀ ਆ, ਵੀ RMS ਦੀ ਵੈਲਿਊ 10 ਭਰਨੀ ਹੈਗੀ ਅਤੇ ਇੱਥੇ ਸਾਡੇ ਕੋਲ XL ਦੀ ਵੈਲਿਊ ਕਿੰਨੀ ਆਊਗੀ, 4। ਕਿੰਨੀ ਆ ਗਈ, ਇਹ 2.5 ਐਂਪੀਅਰ ਆ ਜਾਏਗੀ। ਹੁਣ ਜਿਹੜੀ ਗੱਲ ਯਾਦ ਕਰਨੀ ਆ, ਨੋਟ ਲਿਖਣਾ ਇੱਥੇ, ਨੋਟ ਲਿਖਣਾ ਕਿ ਇਨ ਕੇਸ ਆਫ ਇੰਡਕਟਰ, ਇੱਕ ਇੰਡਕਟਰ ਦੇ ਕੇਸ ਦੇ ਵਿੱਚ ਜਿਹੜਾ ਕਰੰਟ ਹੁੰਦਾ, ਕਰੰਟ ਇੰਡਕਟਰ ਦੇ ਵਿੱਚੋਂ ਲੰਘੇ ਹੋਏ ਕਰੰਟ ਨੂੰ ਮੰਨ ਲਓ ਅਸੀਂ L ਦੇ ਨਾਲ IL ਕਹਿ ਦਿੰਦੇ ਹਾਂ ਵੀ IL, ਅਤੇ ਜਿਹੜੀ ਸਾਡੀ ਵੋਲਟੇਜ ਹੁੰਦੀ ਹੈ ਇਸ ਇੰਡਕਟਰ ਦੇ ਕ੍ਰੋਸ ਜਿਹੜੀ ਵੋਲਟੇਜ ਹੋਏਗੀ VL, ਇਹ ਦੋਨਾਂ ਦੇ ਵਿਚਕਾਰ ਜਿਹੜਾ ਐਂਗਲ ਹੁੰਦਾ ਗਾ, ਦਾ ਇਨ ਕੇਸ ਆਫ ਇੰਡਕਟਰ IL ਐਂਡ VL ਆਰ ਡਿਸਪਲੇਸਡ ਬਾਏ 90 ਡਿਗਰੀ। 90 ਡਿਗਰੀ ਦਾ ਫਰਕ ਹੁੰਦਾ ਦੋਨਾਂ ਦੇ ਵਿੱਚ। ਵੋਲਟੇਜ ਤੇ ਕਰੰਟ ਨੂੰ ਕੀ ਕਰਦਾ ਇੰਡਕਟਰ, 90 ਡਿਗਰੀ ਆਪਸ ਦੇ ਵਿੱਚ ਕੀ ਕਰ ਦਿੰਦਾ ਹੈਗਾ ਬੱਚੇ, ਡਿਸਪਲੇਸ ਕਰ ਦਿੰਦਾ। ਕਿਵੇਂ ਕਰ ਦਿੰਦਾ ਹੈਗਾ, ਜਿਹੜਾ ਕਰੰਟ ਹੁੰਦਾ ਸਾਡਾ IL ਲੈਗਸ ਬਿਹਾਈਂਡ ਵੋਲਟੇਜ। ਜਿਹੜਾ ਕਰੰਟ ਹੁੰਦਾ ਇੰਡਕਟਰ ਦਾ ਕਰੰਟ 90 ਡਿਗਰੀ ਪਿੱਛੇ ਰਹਿ ਜਾਂਦਾ ਹੈਗਾ। ਕਿਵੇਂ, ਦੇਖੋ ਮੈਂ ਤੁਹਾਨੂੰ ਡਾਇਗਰਾਮ ਬਣਾ ਕੇ ਦਿਖਾਉਣਾ। ਮੰਨ ਲਓ ਤੁਸੀਂ ਇੱਥੇ ਵੋਲਟੇਜ ਬਣਾਈ ਆ, ਆਹ ਵੋਲਟੇਜ ਆ, ਤਾਂ ਕਰੰਟ 90 ਡਿਗਰੀ ਲੈਗ, ਮਤਲਬ ਕਲੌਕਵਾਈਜ਼ ਜੇ ਅਸੀਂ ਘੁੰਮਦੇ ਹੁੰਦੇ ਹਾਂ ਤਾਂ ਲੈਗ ਹੁੰਦਾ, ਤਾਂ ਇੱਥੇ ਆਊਗਾ ਕਰੰਟ ਸਾਡਾ। ਇਹ IL ਤਾਂ ਲਿਖਿਆ ਵੀ ਇੰਡਕਟਰ ਦੇ ਵਿੱਚੋਂ ਲੰਘਿਆ ਹੋਇਆ ਕਰੰਟ, ਸਾਨੂੰ ਪਛਾਣ ਆ ਜਾਵੇ। ਆਹ ਡਿਗਰੀ ਦਾ ਐਂਗਲ ਕਿੰਨਾ ਹੋਏਗਾ, 90 ਡਿਗਰੀ ਹੋਏਗਾ। ਇਹ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਡਾਇਗਰਾਮ ਇਹਦੀ ਇਹੀ ਬਣੂਗੀ। ਅਸੀਂ ਸਿਰਫ ਇਹ ਦੇਖਣਾ ਹੁੰਦਾ ਵੀ ਵੋਲਟੇਜ ਅਤੇ ਕਰੰਟ ਦਾ ਐਂਗਲ ਆਪਸ ਦੇ ਵਿੱਚ ਇੱਕ ਤਾਂ 90 ਡਿਗਰੀ ਹੋਵੇ, ਇੱਕ ਤਾਂ ਇਹ ਇਨਫੋਰਮੇਸ਼ਨ ਮਿਲਦੀ ਹੋਵੇ, ਦੂਜੀ ਇਨਫੋਰਮੇਸ਼ਨ ਮਿਲਦੀ ਹੋਵੇ ਵੀ IL ਲੈਗ ਕਰ ਰਿਹਾ ਹੋਵੇ। ਤਾਂ ਇੱਥੇ ਦੋ ਇਨਫੋਰਮੇਸ਼ਨ ਮਿਲਦੀਆਂ ਨੇਗੀਆਂ, ਫੇਜ਼ਰ ਡਾਇਗਰਾਮ ਸਹੀ ਹੈਗੀ। ਦੂਜੀ ਫੇਜ਼ਰ ਡਾਇਗਰਾਮ, ਮੰਨ ਲਓ ਇੱਥੇ ਸਾਡੇ ਕੋਲ V ਇੱਥੇ ਬਣਿਆ ਹੋਇਆ, ਤਾਂ ਕਲੌਕਵਾਈਜ਼ 90 ਡਿਗਰੀ, ਇਹਦਾ ਮਤਲਬ I ਇੱਥੇ ਬਣੂਗਾ IL। ਮੰਨ ਲਓ V ਇੱਥੇ ਬਣਿਆ ਹੋਇਆ ਹੈਗਾ, ਤਾਂ ਕਲੌਕਵਾਈਜ਼ IL ਜਿਹੜਾ ਸਾਡਾ ਹੋਊਗਾ ਉਹ ਇੱਥੇ ਹੋਊਗਾ। ਤਾਂ ਤਿੰਨੇ ਇਹ ਵੀ 90 ਡਿਗਰੀ ਹੈਗਾ ਜੀ, ਇਹ ਵੀ 90 ਡਿਗਰੀ ਹੈਗਾ। ਤਿੰਨੇ ਡਾਇਗਰਾਮਾਂ ਸਹੀ ਆ। ਤਿੰਨਾਂ ਦੇ ਵਿੱਚੋਂ ਆਪਾਂ ਸਿਰਫ ਕੀ ਪਤਾ ਲੱਗ ਰਿਹਾ, ਸਾਨੂੰ ਇੱਕ ਹੀ ਗੱਲ ਪਤਾ ਲੱਗ ਰਹੀ ਆ, ਜਿਹੜਾ ਕਰੰਟ ਹੈਗਾ ਆ ਕਲੌਕਵਾਈਜ਼, ਇੱਥੇ ਵੀ ਕਰੰਟ 90 ਡਿਗਰੀ, ਇੱਥੇ ਵੀ ਕਲੌਕਵਾਈਜ਼ ਦਾ 90 ਡਿਗਰੀ, ਇੱਥੇ ਵੀ ਸਾਡਾ ਕਲੌਕਵਾਈਜ਼ ਦਾ 90 ਡਿਗਰੀ। ਕਲੌਕਵਾਈਜ਼ ਮਤਲਬ ਲੈਗ ਕਰ ਰਿਹਾ ਕਰੰਟ, 90 ਡਿਗਰੀ ਲੈਗ ਕਰ ਰਿਹਾ। ਤਾਂ ਕੋਈ ਜ਼ਰੂਰੀ ਨਹੀਂ ਹੁੰਦਾ ਹੈ ਕਿਵੇਂ ਹੁੰਦੀ ਹੈ ਇਹ, ਵੀ ਵੋਲਟੇਜ ਨੂੰ ਆਪਾਂ ਇੱਥੇ ਬਣਾਉਣਾ, ਇੱਥੇ ਬਣਾਉਣਾ ਕਿ ਇੱਥੇ ਬਣਾਉਣਾ, ਕੋਈ ਇਹ ਫਿਕਸ ਨਹੀਂ ਹੁੰਦੀ ਹੈਗੀ ਇਹ ਗੱਲ। ਜ਼ਿਆਦਾਤਰ ਜਿਹੜੀ ਆ ਆਪਾਂ ਇਸ ਡਾਇਗਰਾਮ ਦੀ ਹੈਲਪ ਲੈਂਦੇ ਹੁੰਦੇ ਹਾਂ। ਵੋਲਟੇਜ ਨੂੰ ਆਪਾਂ 0 'ਤੇ ਮੰਨ ਲੈਂਦੇ ਹਾਂ, ਕਰੰਟ ਦੇਖ ਲੈਂਦੇ ਹਾਂ ਕਿੰਨਾ ਪਿੱਛੇ ਹੈਗਾ। ਚਲੋ ਜੇ ਸਾਨੂੰ ਇਹ ਗੱਲ ਪਤਾ ਲੱਗ ਗਈ ਜਿਹੜਾ ਕਰੰਟ ਹੁੰਦਾ ਹੈਗਾ ਉਹ 90 ਡਿਗਰੀ ਪਿੱਛੇ ਰਹਿੰਦਾ ਹੈਗਾ, ਤਾਂ ਸਾਨੂੰ ਨਾਲ ਦੀ ਨਾਲ ਇਹ ਗੱਲ ਵੀ ਹੁਣ ਪਤਾ ਲੱਗ ਜਾਣੀ ਚਾਹੀਦੀ ਹੈਗੀ ਅਤੇ ਇਹਦਾ ਪਾਵਰ ਫੈਕਟਰ ਕਿੰਨਾ ਹੋਊਗਾ। ਹੁਣ ਜਿਹੜਾ ਪਾਵਰ ਫੈਕਟਰ ਹੋਊਗਾ, ਸਾਨੂੰ ਪਤਾ ਜਦੋਂ ਵੋਲਟੇਜ ਅਤੇ ਕਰੰਟ ਦਾ ਜਿਹੜਾ ਐਂਗਲ ਹੁੰਦਾ ਉਹ 0 ਡਿਗਰੀ ਹੁੰਦਾ, 90 ਡਿਗਰੀ ਹੁੰਦਾ, ਸੌਰੀ। ਜਦੋਂ ਇਹ 90 ਡਿਗਰੀ ਹੁੰਦਾ ਹੈਗਾ ਤਾਂ ਉਦੋਂ cos 90 ਦੀ ਵੈਲਿਊ ਕਿੰਨੀ ਹੁੰਦੀ ਹੈਗੀ, ਪਤਾ ਜੀ, 0 ਹੁੰਦੀ ਹੈ। sin 90 1 ਸੀਗਾ ਅਤੇ cos 90 ਕਿੰਨਾ ਹੁੰਦਾ, 0 ਹੁੰਦਾ। ਇਹਦਾ ਮਤਲਬ ਇੱਕ ਇੰਡਕਟਰ ਵਾਸਤੇ, ਇੱਕ ਪਿਓਰ ਇੰਡਕਟਰ ਮਤਲਬ ਇਕੱਲਾ ਇੰਡਕਟਰ ਲੱਗਿਆ, ਇਹਦੇ ਨਾਲ ਕੋਈ ਰੈਜ਼ਿਸਟੈਂਸ ਨਹੀਂ ਲੱਗੀ ਹੋਈ। ਇਹਦਾ ਮਤਲਬ ਪਿਓਰ ਇੰਡਕਟਰ ਵਾਸਤੇ
ਸਾਡਾ ਜਿਹੜਾ ਪਾਵਰ ਫੈਕਟਰ ਹੁੰਦਾ ਗਾ, ਪਾਵਰ ਫੈਕਟਰ ਜਿਹੜਾ ਹੁੰਦਾ ਗਾ ਉਹ ਕੀ ਹੁੰਦਾ ਗਾ, 0 ਹੁੰਦਾ ਗਾ। ਆਹ ਗੱਲ ਯਾਦ ਰੱਖਣੀ ਹੈਗੀ, ਪਿਓਰ ਇੰਡਕਟਰ ਦਾ ਪਾਵਰ ਫੈਕਟਰ 0 ਹੁੰਦਾ ਹਮੇਸ਼ਾ। ਪਹਿਲੀ ਗੱਲ ਇਹ ਯਾਦ ਰੱਖ ਲਈ। ਨਾਲ ਹੁਣ ਜੇ ਅਸੀਂ ਇੱਥੋਂ ਪਾਵਰ ਦਾ ਫਾਰਮੂਲਾ ਕੱਢਾਂਗੇ ਵੀ ਪਾਵਰ ਦਾ ਫਾਰਮੂਲਾ ਕੀ ਹੁੰਦਾ ਗਾ, V/I/cos φ। ਤਾਂ ਦੇਖ ਲਓ ਵੋਲਟੇਜ ਕਿੰਨੀ ਸੀਗੀ ਤੁਹਾਡੀ, ਇੱਥੇ ਲਿਖ ਲੈਂਦੇ ਆਪਾਂ ਫਾਰਮੂਲਾ, ਆਹ ਸੀਗਾ ਫਾਰਮੂਲਾ ਸਾਰਾ ਕੁਛ ਇੱਥੇ ਲਿਖ ਲੈਂਦੇ ਹਾਂ। ਵੋਲਟੇਜ ਦੇਖੋ ਸਾਡੀ ਵੋਲਟੇਜ ਅਸੀਂ ਆਹ ਲਿਖੀ ਹੋਈ ਆ ਨਾ, ਕਰੰਟ ਅਸੀਂ ਆਹ ਲਿਖਿਆ ਹੋਇਆ, ਪਾਵਰ ਫੈਕਟਰ 90 ਡਿਗਰੀ, ਇੱਕ ਪਾਵਰ ਫੈਕਟਰ ਕਿੰਨਾ ਸਾਡਾ 0 ਆ। ਤਾਂ ਫਾਰਮੂਲਾ ਪੁੱਟ ਕਰਦੇ ਅਸੀਂ V/I/cos φ, ਕਾਹਦਾ, ਪਾਵਰ ਦਾ ਫਾਰਮੂਲਾ। ਵੋਲਟੇਜ ਦੀ ਵੈਲਿਊ ਭਰੀ 10, ਕਰੰਟ ਦੀ ਵੈਲਿਊ ਭਰੀ 2.5, ਆਹ cos φ ਦੀ ਵੈਲਿਊ ਕਿੰਨੀ ਭਰੀ ਜਾਊਗੀ, 0 ਡਿਗਰੀ ਭਰੀ ਜਾਊ, 0 ਡਿਗਰੀ ਨਹੀਂ 0 ਵੈਲਿਊ ਭਰੀ ਜਾਊਗੀ। ਡਿਗਰੀ ਕਿੰਨੀ ਹੈ, ਡਿਗਰੀ ਤਾਂ 90 ਆ, cos 90 ਦੀ ਵੈਲਿਊ ਕੀ ਹੁੰਦੀ ਹੈ, 0, ਤਾਂ 0 ਭਰਿਆ ਜਾਊਗਾ। ਤਾਂ ਅਸੀਂ ਕੀ ਗੁਣਾ, ਜਦੋਂ 0 ਨਾਲ ਗੁਣਾ ਕਰਾਂਗੇ ਸਾਡੀ ਸਾਰੀ ਦੀ ਸਾਰੀ ਪਾਵਰ ਕੀ ਬਣ ਜੂਗੀ, 0 ਵਾਟ ਬਣ ਜੂਗੀ। ਇਹਦਾ ਮਤਲਬ ਕੀ ਆ, ਇਹਦਾ ਮਤਲਬ ਇਹ ਹੈਗਾ ਇੱਕ ਇੰਡਕਟਰ ਦੇ ਵਿੱਚ, ਪਿਓਰ ਇੰਡਕਟਰ ਦੇ ਵਿੱਚ ਕੋਈ ਪਾਵਰ ਕੰਜ਼ਿਊਮ ਨਹੀਂ ਹੁੰਦੀ। ਇਹਨੂੰ ਲਿਖ ਲਓ ਵੱਡਾ ਕਰਕੇ, ਨੋਟ ਲਿਖਣਾ ਗਾ ਅਸੀਂ, ਇੱਕ ਪਿਓਰ ਇੰਡਕਟਰ ਪਾਵਰ ਕੰਜ਼ਿਊਮ, ਜਿਹੜੀ ਪਾਵਰ ਹੈਗੀ, ਪਾਵਰ ਕੰਜ਼ੰਪਸ਼ਨ ਜਿਹੜੀ ਹੁੰਦੀ ਹੈਗੀ ਉਹ ਬਰਾਬਰ ਹੁੰਦੀ ਹੈ ਕਿਹਦੇ, 0 ਵਾਟ ਦੇ ਬਰਾਬਰ ਹੁੰਦੀ ਹੈ। ਇਹ 0 ਵਾਟ ਆਉਂਦਾ ਕਿਉਂ ਆ, ਕਿਉਂਕਿ ਵੋਲਟੇਜ ਤੇ ਕਰੰਟ ਦਾ ਜਿਹੜਾ ਐਂਗਲ ਹੁੰਦਾ ਗਾ ਉਹ ਕਿੰਨਾ ਹੁੰਦਾ ਗਾ, 90 ਡਿਗਰੀ ਹੁੰਦਾ, ਜਾਂ ਫਿਰ ਅਸੀਂ ਕਹਿ ਲਓ cos φ ਜਿਹੜਾ ਹੁੰਦਾ ਗਾ ਉਹ ਕਿੰਨਾ ਹੁੰਦਾ ਗਾ, ਸਾਡਾ 0 ਹੁੰਦਾ ਗਾ। ਇਹ ਕਾਰਨ ਹੈ ਜੀ, ਸਾਡਾ ਪਿਓਰ ਇੰਡਕਟਰ ਦੇ ਵਿੱਚੋਂ ਲੰਘਿਆ ਹੋਇਆ ਜਿਹੜਾ ਕਰੰਟ ਹੁੰਦਾ ਗਾ ਉਹ 90 ਡਿਗਰੀ ਲੈਗ ਕਰਦਾ ਗਾ, ਜਿਹਦੇ ਕਰਕੇ ਵੋਲਟੇਜ ਤੇ ਕਰੰਟ ਦਾ ਜਿਹੜਾ ਪਾਵਰ ਫੈਕਟਰ ਜਿਹੜਾ ਸਾਡਾ ਉਹ ਕਿੰਨਾ, 0 ਹੋ ਜਾਂਦਾ। ਤਾਂ ਜਿੱਥੇ ਵੀ ਪਾਵਰ ਫੈਕਟਰ 0 ਹੋਊਗਾ ਉੱਥੇ ਸਾਡੀ ਪਾਵਰ ਪੈਦਾ ਹੀ ਨਹੀਂ ਹੋਊਗੀ। ਤਾਂ ਅਸੀਂ ਇੰਡਕਟਰ ਜੇ ਲਗਾਇਆ ਵੀ ਹੋਇਆ ਹੋਊਗਾ ਉੱਥੇ ਕੋਈ ਪਾਵਰ ਨਹੀਂ ਪੈਦਾ ਹੋਣੀ ਹੈਗੀ, ਕੋਈ ਫਾਇਦਾ ਨਹੀਂ ਹੋਣਾ ਉਹ ਇੰਡਕਟਰ ਲਗਾਉਣ ਦਾ। ਤਾਂ ਇਹਦੇ ਵਿੱਚ 4 ਗੱਲਾਂ ਹੁਣ ਨੋਟ ਕਰਨ ਵਾਲੀਆਂ, ਮੈਂ ਦੁਬਾਰਾ ਰਿਪੀਟ ਕਰਨ ਲੱਗਿਆਗਾ। ਪਹਿਲੀ ਗੱਲ ਰਿਪੀਟ ਕਰਨ ਵਾਲੀ ਹੈਗੀ, ਕਰੰਟ ਕੱਢਣਾ IL, ਉਹ ਕਿਵੇਂ ਹੁੰਦਾ ਹੈਗਾ, ਟੋਟਲ ਵੋਲਟੇਜ RMS ਵੈਲਿਊ ਜਿਹੜੀ ਹੁੰਦੀ ਹੈ ਡਿਵਾਈਡ ਬਾਏ XL ਕਿਵੇਂ ਕੱਢਣਾ ਹੈਗਾ, 2πfl ਕਰਕੇ, ਜੇ ਨਾ ਦਿੱਤਾ ਹੋਵੇ। ਜੇ ਦਿੱਤਾ ਹੋਇਆ ਤਾਂ ਗੱਲ ਹੀ ਖਤਮ ਆ ਫਿਰ ਤਾਂ। ਇਹਦੇ ਯੂਨਿਟ ਕੀ ਹੁੰਦੇ XL ਦੇ, ਓਹਮ ਹੁੰਦੇ ਆ, ਇਹ ਵੀ ਗੱਲ ਯਾਦ ਰੱਖਣੀ ਹੈਗੀ। ਇਸ ਤੋਂ ਨੈਕਸਟ ਗੱਲ ਆ ਜਿਹੜੀ ਸਾਡੀ ਉਹ ਇਹ ਯਾਦ ਰੱਖਣੀ ਹੈ ਕਿ ਜਿਹੜਾ ਵੋਲਟੇਜ ਤੇ ਕਰੰਟ ਹੁੰਦਾ, ਵੋਲਟੇਜ ਤੇ ਕਰੰਟ ਆਰ ਡਿਸਪਲੇਸਡ ਬਾਏ 90 ਡਿਗਰੀ, ਜਾਂ ਫਿਰ ਆਪਾਂ ਕਹਿ ਲਓ ਕਰੰਟ ਲੈਗਸ 90 ਡਿਗਰੀ ਬਿਹਾਈਂਡ ਦਾ ਮਤਲਬ ਹੁੰਦਾ ਪਿੱਛੇ, ਬਿਹਾਈਂਡ ਦਾ ਅਪਲਾਈਡ ਵੋਲਟੇਜ ਤੋਂ ਕਿੰਨਾ ਪਿੱਛੇ ਰਹਿ ਜਾਂਦਾ ਹੈ, 90 ਡਿਗਰੀ। 2 ਗੱਲਾਂ ਹੋ ਗਈਆਂ। ਤੀਜੀ ਗੱਲ, ਜੇ ਵੋਲਟੇਜ ਤੇ ਕਰੰਟ ਦਾ ਜਿਹੜਾ ਐਂਗਲ ਹੈ ਉਹ 90 ਡਿਗਰੀ ਹੈਗਾ ਤਾਂ ਸਾਡੇ ਕੋਲੇ ਜਿਹੜਾ ਪਾਵਰ ਫੈਕਟਰ ਹੋਵੇਗਾ, ਪਾਵਰ ਫੈਕਟਰ ਕੀ ਹੋਵੇਗਾ, ਕਿਹਦੀ ਗੱਲ ਹੋ ਰਹੀ ਹੈ, ਇੰਡਕਟਰ ਦੀ। ਪਾਵਰ ਫੈਕਟਰ ਸਾਡਾ 0 ਹੋਵੇਗਾ, 0 ਹੋਏਗਾ। ਡਿਗਰੀ ਨਹੀਂ ਹੈਗੀ ਰਾਜੇ ਦੇ ਉੱਪਰ ਬਾਰ ਪੈ ਜਾਂਦੀ ਹੈ, ਡਿਗਰੀ ਨਹੀਂ ਹੈਗੀ, 0 ਹੋਏਗਾ। ਲਾਸਟ ਸਾਡੇ ਕੋਲ ਜਿਹੜੀ ਪਾਵਰ ਹੁੰਦੀ ਹੈ V/I/cos θ ਹੁੰਦਾ ਹੈ ਨਾ। ਤਾਂ ਵੋਲਟੇਜ ਦੀ ਵੈਲਿਊ ਜਿਹੜੀ ਵੀ ਹੈਗੀ ਕਰੰਟ ਦੀ ਵੈਲਿਊ ਕੋਈ ਮਰਜ਼ੀ ਹੋਵੇ, ਜਦੋਂ ਆਹ ਵੈਲਿਊ 0 ਪੁੱਟ ਹੋ ਗਈ ਤਾਂ ਸਾਡਾ ਸਾਰਾ ਆਨਸਰ, ਜਦੋਂ ਆਪਾਂ ਕਿਸੇ ਵੀ ਚੀਜ਼ ਨੂੰ 5 ਗੁਣਾ 4 ਗੁਣਾ 0 ਕਰਾਂਗੇ, ਚਾਹੇ ਤੇ ਕਿੱਡੀ ਵੱਡੀ ਮਰਜ਼ੀ ਵੈਲਿਊ ਲਿਖੀ ਜਾਈਏ, ਜਦੋਂ 0 ਨਾਲ ਗੁਣਾ ਹੋਊਗੀ ਤਾਂ ਆਨਸਰ ਤਾਂ ਸਾਡਾ ਹਮੇਸ਼ਾ 0 ਹੀ ਆਊਗਾ ਨਾ। ਤੁਹਾਡੇ ਕੋਲ ਕਿੰਨਾ ਆ ਜਾਊਗਾ, 0 ਵਾਟ ਆ ਜਾਊਗਾ। ਸਾਡੇ ਕੋਲ ਕਿੰਨਾ, 0 ਵਾਟ ਆ ਜਾਊਗਾ। ਕਲੀਅਰ ਹੋ ਗਈ ਜੀ ਇਹ ਗੱਲ, ਬਹੁਤ ਵਧੀਆ ਗੱਲ ਹੈ ਜੀ, ਕਲੀਅਰ ਹੋ ਗਈ। ਨਹੀਂ ਹੋਗੀ ਵੀਡੀਓ ਨੂੰ ਦੁਬਾਰੇ ਦੇਖੋ ਪੈਕ ਕਰਕੇ, ਪਤਾ ਲੱਗ ਜਾਏਗਾ। ਲਾਸਟ ਕੰਪੋਨੈਂਟ ਸਾਡਾ ਰਹਿ ਗਿਆ ਹੁਣ ਕਪੈਸਿਟਰ। ਲਾਸਟ ਜਿਹੜਾ ਕੰਪੋਨੈਂਟ ਆ ਸਾਡਾ ਉਹ ਹੈਗਾ ਗਾ ਕਪੈਸਿਟਰ, ਵੀ AC ਸਪਲਾਈ ਥਰੂ ਏ ਕਪੈਸਿਟਰ, AC ਸਪਲਾਈ ਕਨੈਕਟਡ ਟੂ ਏ ਕਪੈਸਿਟਰ। ਲਓ ਜੀ, ਇੱਕ ਕਪੈਸਿਟਰ ਬਣਾ ਲੈਂਦੇ ਹੈਗੇ ਆਪਾਂ। ਆਹ ਕਪੈਸਿਟਰ ਬਣ ਗਿਆ। ਇੱਥੇ ਸਾਨੂੰ ਵੋਲਟੇਜ ਦਿੱਤੀ ਹੋਈ ਹੈਗੀ, ਵੋਲਟੇਜ ਦਿੱਤੀ ਹੈ V = 30 ਵੋਲਟ ਦਿੱਤੀ ਹੋਈ ਹੈ। ਅਤੇ ਜਿਹੜੀ XC ਦੀ ਵੈਲਿਊ ਹੈ, XC ਜਿਹੜਾ ਸਾਡਾ ਉਹ ਸਾਨੂੰ ਦਿੱਤਾ ਹੋਇਆ ਹੈਗਾ XC 1.5 ਦਿੱਤਾ ਹੋਇਆ ਹੈਗਾ। ਅਤੇ ਕੱਢਣਾ ਕੀ ਹੈ ਇਹਦੇ ਵਿੱਚ, ਉਹੀ ਕਰੰਟ ਕੱਢਣਾ ਗਾ, ਪਾਵਰ ਫੈਕਟਰ ਕੱਢਣਾ, ਕਰੰਟ ਕੱਢਣਾ, ਪਾਵਰ ਕੱਢਣੀ ਹੈ, ਪਾਵਰ ਫੈਕਟਰ ਕੱਢਣਾ। ਠੀਕ ਹੈ, ਸਭ ਤੋਂ ਪਹਿਲਾ ਕੰਮ
ਜਦੋਂ ਵੀ ਅਸੀਂ ਕਰੰਟ ਕੱਢਣਾ ਗਾ, ਕਰੰਟ ਦਾ ਫਾਰਮੂਲਾ ਜਿਹੜਾ ਹੋਏਗਾ ਟੋਟਲ RMS ਵੈਲਿਊ ਡਿਵਾਈਡ ਬਾਈ ਪ੍ਰਤੀਰੋਧ। ਦੇਖੋ ਰਾਜੇ, ਇੱਕ ਕਪੈਸਿਟਰ ਦੁਆਰਾ ਪੈਦਾ ਕੀਤਾ ਗਿਆ ਜਿਹੜਾ ਪ੍ਰਤੀਰੋਧ ਹੁੰਦਾ ਉਹ XC ਹੁੰਦਾ। ਵੈਸੇ ਜਿਹੜੀ ਕਪੈਸਿਟਰ ਦੀ ਜਿਹੜੀ ਵੈਲਿਊ ਹੁੰਦੀ ਹੈਗੀ C ਉਹਦੇ ਯੂਨਿਟ ਕੀ ਹੁੰਦੀ ਆ, ਫੈਰਡ। ਅਤੇ ਜੇ ਕਿਤੇ ਸਾਨੂੰ ਫੈਰਡ ਦਿੱਤੇ ਹੋਣ, C ਦੇ ਵਿੱਚ ਦਿੱਤੀ ਹੋਈ, ਮੰਨ ਲਓ C ਦਿੱਤੀ ਹੋਈ ਤੁਹਾਨੂੰ 3 ਫੈਰਡ ਦਿੱਤਾ ਹੋਇਆ ਹੈਗਾ, ਅਸੀਂ ਕੱਢਣੀ ਹੋਵੇ XC, ਤਾਂ XC ਦਾ ਫਾਰਮੂਲਾ ਕੀ ਹੁੰਦਾ, ਕਿਉਂਕਿ ਕਰੰਟ ਹਮੇਸ਼ਾ XC ਨਾਲ ਨਿਕਲਿਆ, ਕਰੰਟ C ਨਾਲ ਨਹੀਂ ਨਿਕਲਣਾ ਹੈਗਾ, C ਤੋਂ ਕਰੰਟ ਨਹੀਂ ਨਿਕਲ ਸਕਦਾ। ਪਹਿਲਾਂ C ਨੂੰ ਕਨਵਰਟ ਕਰਨਾ ਪਏਗਾ XC ਦੇ ਵਿੱਚ, ਫੇਰ ਕਰੰਟ ਨਿਕਲੂਗਾ। ਤਾਂ XC ਜਿਹੜਾ ਹੋਏਗਾ ਸਾਡਾ, XC ਦੀ ਜਿਹੜੀ ਵੈਲਿਊ ਹੁੰਦੀ ਉਹ 1/2πfc ਹੁੰਦੀ ਆ। ਯਾਦ ਰੱਖੋਗੇ ਜੀ ਆਹ ਫਾਰਮੂਲੇ ਨੂੰ, ਮਤਲਬ 1/2 ਗੁਣਾ ਪਾਈ ਗੁਣਾ F ਗੁਣਾ C। ਇੱਦਾਂ ਜਦੋਂ ਅਸੀਂ ਕੱਢਾਂਗੇ 1 ਡਿਵਾਈਡ ਬਾਈ ਨੂੰ ਸਾਰਿਆਂ ਨੂੰ ਗੁਣਾ ਕਰਕੇ 1 ਦੇ ਨਾਲ ਡਿਵਾਈਡ ਕਰਾਂਗੇ ਤਾਂ ਸਾਡਾ ਆਨਸਰ ਬਣੂਗਾ ਇੱਥੋਂ। ਉਹ ਅਗਲੇ ਕੁਐਸਚਨਾਂ ਦੇ ਵਿੱਚ ਦੇਖ ਲਾਂਗੇ, ਹਜੇ ਸਿੰਪਲ ਰੱਖੋ ਕੁਐਸਚਨ ਨੂੰ ਵੀ। ਮੰਨ ਲਓ ਤੁਹਾਨੂੰ XC ਸਿੱਧਾ ਦਿੱਤਾ ਹੋਇਆ, ਤਾਂ ਇਹਦਾ ਮਤਲਬ ਕਰੰਟ ਦੀ ਵੈਲਿਊ ਇੱਥੇ ਹੁਣ RMS ਵੈਲਿਊ ਕਿੰਨੀ ਆਊਗੀ, 30 ਵੋਲਟ ਦਿੱਤੀ ਹੋਈ ਆ। ਕੀ ਕਰਾਂਗੇ, ਇਹਨੂੰ √2 ਨਾਲ ਡਿਵਾਈਡ ਕਰਾਂਗੇ ਕਿ ਨਹੀਂ ਕਰਾਂਗੇ? ਨਹੀਂ ਕਰਾਂਗੇ, ਕਿਉਂਕਿ ਇਹਦੇ ਪਿੱਛੇ ਕਿਹੜਾ sin ωt ਲਿਖਿਆ ਹੋਇਆ ਹੈਗਾ। ਜਦੋਂ ਇਹ ਸੁੰਨੀ ਜੀ ਵੈਲਿਊ ਲਿਖੀ ਹੋਈ ਹੈ ਨਾ, ਮਤਲਬ ਇਹ ਵੈਲਿਊ ਨੂੰ ਅਸੀਂ ਕੀ ਮੰਨਦੇ ਹੁੰਦੇ ਆਂਗੇ, RMS। ਇਹਦਾ ਮਤਲਬ ਸਾਨੂੰ ਦਿੱਤੀ ਹੋਈ RMS ਪਹਿਲਾਂ ਹੀ ਦਿੱਤੀ ਹੋਈ ਆ। ਪਿਛਲੇ 2 ਕੁਐਸਚਨਾਂ ਦੇ ਵਿੱਚ ਸਾਨੂੰ ਮੈਕਸਿਮਮ ਵੈਲਿਊ ਦਿੱਤੀ ਹੋਈ ਸੀਗੀ, ਤਾਂ ਇੱਥੇ ਸਿੱਧਾ ਅਸੀਂ ਡਿਵਾਈਡ ਕਰ ਦਾਂਗੇ 30 ਨੂੰ, ਅਸੀਂ ਡਿਵਾਈਡ ਕਰ ਦਾਂਗੇ 1.5 ਨਾਲ। ਤਾਂ ਕਰਕੇ ਦੇਖ ਲਓ, ਉੱਪਰ 10 ਆ ਜਾਊਗਾ, ਪੁਆਇੰਟ ਕੱਟਣ ਵਾਸਤੇ 15, ਇਹਦਾ 2 ਆ ਜਾਊਗਾ, ਤਾਂ ਸਾਡੇ ਕੋਲ ਕਿੰਨਾ ਆ ਗਿਆ, 20 ਐਂਪੀਅਰ ਕਰੰਟ ਆ ਗਿਆ ਜੀ। ਇੱਥੇ 20 ਐਂਪੀਅਰ ਕਰੰਟ ਆ ਗਿਆ, ਪਹਿਲੀ ਗੱਲ। ਦੂਜੀ ਗੱਲ, ਹੁਣ ਕਪੈਸਿਟਰ ਕੀ ਕਰਦਾ, ਇਹ ਵੀ ਤਾਂ ਕੁਛ ਨਾ ਕੁਛ ਕਰੇਗਾ ਨਾ। ਵੋਲਟੇਜ ਅਤੇ ਕਰੰਟ ਦੇ ਐਂਗਲ ਦਾ ਕੋਈ ਨਾ ਕੋਈ ਤਾਂ ਫਰਕ ਪਾਵੇਗਾ, ਬਿਲਕੁਲ ਪਾਵੇਗਾ। ਇਹਦੇ ਵਿੱਚ ਕੀ ਹੁੰਦਾ ਰਾਜੇ, ਇਹਦੇ ਵਿੱਚ ਨੋਟ ਕਰਕੇ ਲਿਖ ਲੈਣਾ ਗਾ ਆਪਾਂ, IC ਕਰੰਟ ਆ ਜਿਹੜਾ ਸਾਡਾ, IC ਮਤਲਬ ਕਪੈਸਿਟਰ ਕਰੰਟ ਆਲਵੇਜ਼ ਹਮੇਸ਼ਾ ਲੀਡਸ ਅਪਲਾਈਡ ਵੋਲਟੇਜ ਬਾਏ 90 ਡਿਗਰੀ। ਉਹਦੇ ਵਿੱਚ 90 ਡਿਗਰੀ ਪਿੱਛੇ ਰਹਿ ਰਿਹਾ ਸੀ ਇੰਡਕਟਰ ਦੇ ਕੇਸ 'ਚ, ਕਪੈਸਿਟਰ ਦੇ ਕੇਸ 'ਚ 90 ਡਿਗਰੀ ਕੀ ਹੈਗਾ, ਮੂਹਰੇ ਲੰਘੇਗਾ, ਅੱਗੇ ਰਹੇਗਾ। ਜੇ ਅੱਗੇ ਰਹੇਗਾ ਇਹਦਾ ਮਤਲਬ ਕੀ ਆ, ਉਹਦੀ ਜੇ ਫੇਜ਼ਰ ਡਾਇਗਰਾਮ ਬਣਾਉਣੀ ਹੋਏਗੀ, ਜੇ ਇੱਥੇ ਸਾਡੇ ਕੋਲ ਵੋਲਟੇਜ ਆ, ਵੋਲਟੇਜ ਜਿਹੜੀ ਅਪਲਾਈ ਕੀਤੀ ਹੋਈ ਅਸੀਂ, ਤਾਂ ਸਾਡਾ ਜਿਹੜਾ ਕਰੰਟ ਹੋਏਗਾ ਉਹ 90 ਡਿਗਰੀ ਲੀਡ ਕਰੇਗਾ। ਲੀਡ ਕਿੱਧਰ ਹੁੰਦਾ, ਐਂਟੀ ਕਲੋਕ ਵਾਈਜ਼, ਮਤਲਬ ਕਲੋਕ ਦੇ ਪੁੱਠੇ ਡਾਇਰੈਕਸ਼ਨ ਦੇ ਵਿੱਚ। ਉਹ ਬਣੇਗਾ ਸਾਡਾ ਇੱਥੇ, ਤਾਂ ਇੱਥੇ ਸਾਡੇ ਕੋਲ ਕੀ ਬਣੇਗਾ, IC। ਤਾਂ IC 90 ਡਿਗਰੀ ਲੀਡ ਕਰਦਾ, ਸਿਰਫ ਕਿਹਦੇ ਕੇਸ 'ਚ, ਪਿਓਰ ਕਪੈਸਿਟਰ ਦੇ ਕੇਸ 'ਚ। ਮਤਲਬ ਅਸੀਂ ਕਿਹੋ ਜਿਹਾ ਕਪੈਸਿਟਰ ਮੰਨਿਆ ਹੋਇਆ ਹੈਗਾ ਜਿਹਦੀਆਂ ਪਲੇਟਾਂ ਦੀ ਜਿਹੜੀ ਰਜਿਸਟੈਂਸ ਆ ਗਈ ਉਹ 0 ਆ ਗਈ, ਉਦੋਂ ਆਪਾਂ ਪਿਓਰ ਕਪੈਸਿਟਰ ਕਹਿੰਦੇ ਹਾਂ। ਜਿਵੇਂ ਪਿਓਰ ਇੰਡਕਟਰ 'ਚ ਅਸੀਂ ਕੀ ਕਿਹਾ ਸੀ, ਕੋਈ ਇੰਡਕਟਰ ਹੈਗਾ ਜਿਹਦੀ ਰਜਿਸਟੈਂਸ ਆ ਗਈ ਜਿਹੜੀ 0 ਆ ਗਈ, ਮਤਲਬ ਉਹਦੀ ਕੋਇਲ ਆ ਜਿਹੜੀ ਸਾਡੀ, ਉਹ ਕੋਇਲ ਦੀ ਰਜਿਸਟੈਂਸ 0 ਆ, ਸਿਰਫ ਔਰ ਸਿਰਫ ਕੀ ਆ, ਉਹਦੀ ਇੰਡਕਟੈਂਸ ਆ ਗਈ ਇਕੱਲੀ। ਤਾਂ ਇੱਥੋਂ ਸਾਡੇ ਕੋਲ ਪੁਆਇੰਟ ਬਣ ਗਏ, ਵੋਲਟੇਜ ਅਤੇ ਕਰੰਟ ਦਾ ਐਂਗਲ ਕਿੰਨਾ, 90। ਕਰੰਟ ਕੀ ਕਰ ਰਿਹਾ, ਲੀਡ ਕਰ ਰਿਹਾ। ਜੇ ਲੀਡ ਕਰ ਰਿਹਾ ਤਾਂ ਪਾਵਰ ਦਾ ਫਾਰਮੂਲਾ ਜਦੋਂ ਅਸੀਂ ਕੱਢਾਂਗੇ, ਵੋਲਟੇਜ ਗੁਣਾ ਕਰੰਟ ਗੁਣਾ cos φ। ਤਾਂ cos φ ਦੀ ਵੈਲਿਊ ਕਿੰਨੀ ਭਰੀ ਜਾਊਗੀ, ਵੋਲਟੇਜ ਕਿੰਨੀ ਭਰੀ ਜਾਊਗੀ, ਇੱਥੇ ਵੋਲਟੇਜ ਦੇਖਿਓ ਵਿੱਚ ਵੋਲਟੇਜ ਕਿੰਨੀ ਆ, 30 ਹੈਗੀ, RMS ਦਿੱਤੀ ਹੋਈ ਆ, 30 ਭਰਾਂਗੇ। ਕਰੰਟ ਕਿੰਨਾ ਆਇਆ ਸੀ, 20 ਆਇਆ ਸੀਗਾ, cos 90 ਭਰਾਂਗੇ। ਇੱਥੋਂ ਦੇਖੋ ਜੀ, ਵੋਲਟੇਜ ਕਰੰਟ ਨੂੰ ਅਸੀਂ ਜਦੋਂ ਗੁਣਾ ਕਰਾਂਗੇ, ਵੋਲਟੇਜ ਕਰੰਟ ਗੁਣਾ cos 90 ਕਿੰਨਾ ਹੁੰਦਾ, 0 ਹੁੰਦਾ, ਤਾਂ ਕਿੰਨੇ ਵਾਟ ਆ ਜਾਣਗੇ ਸਾਡੇ, 0 ਵਾਟ। ਤਾਂ ਇੱਥੋਂ ਕੀ ਪਤਾ ਲੱਗਦਾ, ਪਿਓਰ ਕਪੈਸਿਟਰ ਦੇ ਵਿੱਚ ਪਾਵਰ ਕੰਜ਼ਿਊਮਡ ਜਿਹੜੀ ਹੁੰਦੀ ਹੈਗੀ ਉਹ ਕਿਹਦੇ ਕਰਕੇ ਹੁੰਦੀ ਹੈ, ਪਾਵਰ ਕੰਜ਼ਿਊਮਡ ਜਿਹੜੀ ਹੁੰਦੀ ਉਹ 0 ਵਾਟ ਹੁੰਦੀ ਹੈਗੀ, ਨੋ ਪਾਵਰ ਬਿੱਲ ਕੰਜ਼ਿਊਮ। ਪਤਾ ਲੱਗ ਗਿਆ ਜੀ, ਦੱਸੋ। ਤਾਂ ਇੱਕ ਵਾਰ ਆਪਾਂ ਸਾਰਾ ਰਿਵਾਈਜ਼ ਕਰ ਦਿਆਂਗੇ। ਪਹਿਲਾ, ਜਦੋਂ ਵੀ ਕਦੇ ਕਰੰਟ ਕੱਢਣਾ ਗਾ ਰਜਿਸਟੈਂਸ ਦੇ ਵਿੱਚ, ਉਹ ਹੋਏਗਾ ਵੋਲਟੇਜ RMS ਵੈਲਿਊ ਡਿਵਾਈਡ ਬਾਏ ਰਜਿਸਟੈਂਸ। ਦੂਜੀ ਗੱਲ, ਵੋਲਟੇਜ ਅਤੇ ਕਰੰਟ ਦਾ ਜਿਹੜਾ ਐਂਗਲ ਹੈਗਾ ਉਹ ਰਜਿਸਟੈਂਸ ਦੇ ਕੇਸ ਦੇ ਵਿੱਚ 0 ਡਿਗਰੀ ਹੁੰਦਾ। ਜੇ ਸਾਡਾ cos 0 ਹੈਗਾ, ਜਿਹੜਾ cos θ, ਜੇ cos 0 ਆ ਤਾਂ ਜਿਹੜਾ ਆਨਸਰ ਆਏਗਾ ਉਹ 1 ਆਏਗਾ। ਮਤਲਬ ਕੀ ਹੈਗਾ, ਜਿਹੜਾ ਸਾਡਾ ਪਾਵਰ ਫੈਕਟਰ ਹੁੰਦਾ ਗਾ, ਰਜਿਸਟੈਂਸ ਦੇ ਕੇਸ ਦੀ ਗੱਲ ਹੋ ਰਹੀ ਹੈਗੀ, ਉਹ ਯੂਨਿਟੀ ਹੁੰਦਾ ਹੈਗਾ। ਅਤੇ ਪਾਵਰ ਦਾ ਫਾਰਮੂਲਾ ਜਿਹੜਾ ਹੁੰਦਾ ਉਹ V/I cos θ ਹੁੰਦਾ। ਇਹਦੇ ਵਿੱਚ ਕੋਈ ਨਾ ਕੋਈ ਪਾਵਰ ਆ ਜਿਹੜੀ ਉਹ ਕੰਜ਼ਿਊਮ ਹੁੰਦੀ ਹੀ ਹੁੰਦੀ ਆ। ਦੂਜੀ ਗੱਲ ਇੰਡਕਟਰ ਦੀ,
ਐਲ ਦਿੱਤਾ ਹੁੰਦਾ ਗਾ, ਐਕਸਐਲ ਕਿਵੇਂ ਕੱਢ ਦਿਆਂਗੇ 2 ਗੁਣਾ ਪਾਈ ਗੁਣਾ ਐਫ ਗੁਣਾ ਐਲ ਕਰਕੇ। ਕਰੰਟ ਕਿਵੇਂ ਕੱਢ ਦਿਆਂਗੇ ਆਪਾਂ, ਜਿਹੜਾ ਕਰੰਟ ਜੇ ਅਸੀਂ ਕੱਢਣਾ ਹੋਵੇ ਕਰੰਟ ਕਿਵੇਂ ਕੱਢ ਦਿਆਂਗੇ ਵੀ ਆਰ ਐਮ ਐਸ ਡਿਵਾਈਡ ਬਾਏ ਕਿਹਨੂੰ ਕਰ ਦਿਆਂਗੇ ਅਸੀਂ ਐਕਸਐਲ ਨੂੰ। ਅਗਲੀ ਗੱਲ, ਜਦੋਂ ਕਰੰਟ ਕੱਢ ਲੈਣੇ, ਜਿਹੜਾ ਇਹ ਕਰੰਟ ਹੁੰਦਾ ਗਾ ਇਹ ਕਰੰਟ ਦਾ ਨਾਂ ਹੁੰਦਾ ਆਈ ਐਲ। ਇਹ ਕੀ ਕਰਦਾ ਆਈ ਐਲ ਲੈਗ ਕਰਦਾ ਗਾ, ਕੀ ਤੋਂ ਲੈਗ ਕਰਦਾ ਗਾ 90 ਡਿਗਰੀ ਲੈਗ ਕਰਦਾ ਗਾ, ਕੀ ਤੋਂ ਬਿਹਾਈਂਡ ਮਤਲਬ ਕੀ ਤੋਂ ਪਿੱਛੇ ਰਹਿੰਦਾ ਗਾ ਵੋਲਟੇਜ ਤੋਂ। ਆ ਲਓ ਵੋਲਟੇਜ ਬਣਾ ਲਈ ਅਸੀਂ ਇੱਥੇ। ਤਾਂ ਜੇ ਅਸੀਂ ਐਂਗਲ ਬਣਾਉਣਾ ਹੋਵੇ ਅਸੀਂ ਕਿਵੇਂ ਬਣਾਵਾਂਗੇ, ਆਹ ਸਾਡੀ ਵੋਲਟੇਜ ਹੈਗੀ ਅਤੇ ਕਰੰਟ ਸਾਡਾ ਇਹਦੇ ਪਿੱਛੇ ਹੈਗਾ 90 ਡਿਗਰੀ। ਆ ਲਓ ਆਈ ਐਲ ਬਣ ਗਿਆ। ਚਲੋ ਜੇ ਫੇਜ਼ਰ ਦੇ ਵਿੱਚ, ਚਲੋ ਇੱਕ ਨਾ ਤਿੰਨਾਂ ਦੀ ਫੇਜ਼ਰ ਬਣਾ ਕੇ ਫੇਜ਼ਰ ਤਾਂ ਅਸੀਂ ਦੇਖ ਲਈ ਨਾ, ਜੇ ਆਰ ਉਹਦੇ ਵਿੱਚ ਦੇਖਣਾ ਵੇਵ ਫਾਰਮ ਦੇ ਵਿੱਚ ਇਨ ਫੇਸ ਦਾ ਮਤਲਬ ਹੁੰਦਾ ਵੀ ਆਹ ਵੋਲਟੇਜ ਹੈਗੀ ਅਤੇ ਕਰੰਟ ਵੀ ਸਾਡਾ ਇੱਥੇ ਹੀ ਹੈਗਾ, ਇਨ ਫੇਸ ਹੈਗਾ, ਇੱਥੇ ਪਿੱਛੇ ਨਹੀਂ ਰਿਹਾ ਹੋਇਆ ਹੈਗਾ, ਇਨ ਫੇਸ ਹੈਗਾ। ਆ ਲਓ ਜੇ ਆਪਾਂ ਇੰਡਕਟਰ ਦੇ ਵਿੱਚ ਆਪਾਂ ਵੇਵ ਫਾਰਮ ਬਣਾਈਏ, ਲਓ ਇਹਦੇ ਵਿੱਚ ਬਣਾ ਲੈਂਦੇ ਹੈਗੇ ਵੀ ਮੰਨ ਲਓ ਆਹ ਸਾਡੀ ਹੈਗੀ ਆ ਵੋਲਟੇਜ, ਆਹ ਦੇਖੋ ਧਿਆਨ ਨਾਲ ਦੇਖਿਓ ਉਹਨੂੰ, ਆਹ ਹੈਗੀ ਆ ਸਾਡੀ ਵੋਲਟੇਜ, ਕਰੰਟ 90 ਡਿਗਰੀ ਪਿੱਛੇ ਆ, ਮਤਲਬ 90 ਡਿਗਰੀ ਇੱਥੋਂ ਸਟਾਰਟ ਹੋ ਰਿਹਾ, ਕਰੰਟ ਹਜੇ ਇੱਥੋਂ ਸਟਾਰਟ ਹੋ ਰਿਹਾ, ਇੱਥੋਂ ਇੱਦਾਂ ਇਹ ਪਿੱਛੇ ਆ ਜੇ 90 ਡਿਗਰੀ। ਜਦੋਂ ਇਹ 0 'ਤੇ ਸੀਗਾ ਇਹ ਮਾਈਨਸ 'ਤੇ ਸੀਗਾ, ਜਦੋਂ ਇਹ ਆਪਦੀ ਪੋਜ਼ੀਟਿਵ ਵੈਲਿਊ ਮੈਕਸੀਮਮ 'ਤੇ ਚਲਾ ਗਿਆ ਔਰ ਹਜੇ ਇਹ ਕਰੰਟ ਆ ਜਿਹੜਾ ਸਾਡਾ ਸਟਾਰਟ ਹੋਇਆ ਵੋਲਟੇਜ ਆ ਕਰੰਟ। ਤੀਜੀ ਗੱਲ, ਅੱਛਾ ਇਹਦੇ ਵਿੱਚ ਕਰੰਟ ਹਮੇਸ਼ਾ 90 ਡਿਗਰੀ ਲੈਗ ਕਰਦਾ। ਅਗਲੀ ਗੱਲ ਜਿਹੜੀ ਯਾਦ ਰੱਖਣੀ ਆ ਉਹ ਕੀ ਹੈਗੀ ਵੀ ਜਿਹੜਾ cos φ ਹੁੰਦਾ, ਜਿਹੜਾ cos ਜਦੋਂ 90 ਹੋਊਗਾ, cos 90 ਦੀ ਵੈਲਿਊ ਜਿਹੜੀ 0 ਹੁੰਦੀ ਹੈ, ਇਹਦਾ ਮਤਲਬ ਪਾਵਰ ਫੈਕਟਰ ਜਿਹੜਾ ਹੋਊਗਾ, ਪਾਵਰ ਫੈਕਟਰ ਪਿਓਰ ਇੰਡਕਟਰ ਵਾਸਤੇ, ਪਾਵਰ ਫੈਕਟਰ ਜਿਹੜਾ ਹੋਊਗਾ ਪਿਓਰ ਇੰਡਕਟਰ ਵਾਸਤੇ ਉਹ ਕਿੰਨਾ ਹੋਊਗਾ 0 ਹੋਊਗਾ। ਜੇ ਪਾਵਰ ਕੰਜ਼ਿਊਮ ਦੀ ਗੱਲ ਕਰੀਏ, ਪਾਵਰ ਕੰਜ਼ੰਪਸ਼ਨ ਜਿਹੜੀ ਹੋਊਗੀ, ਪਾਵਰ ਕੰਜ਼ਿਊਮਡ ਦੈਟ ਸ਼ੁੱਡ ਵੀ 0 ਹੋਊਗੀ। ਕਿਉਂ? ਕਿਉਂਕਿ ਵੋਲਟੇਜ ਗੁਣਾ ਕਰੰਟ ਗੁਣਾ cos 0 ਦੀ ਵੈਲਿਊ ਜਦੋਂ ਆਪਾਂ 0 ਭਰਾਂਗੇ ਤਾਂ ਸਾਰੀ ਪਾਵਰ ਸਾਡੇ ਕਿੰਨੇ ਵਾਟ ਬਣ ਜਾਣਗੇ 0 ਵਾਟ ਬਣੂਗਾ। ਚਲੋ ਲਾਸਟ ਹੈਗਾ ਸਾਡੇ ਕੋਲੇ ਕਪੈਸਿਟਰ। ਜੇ ਕਿਸੇ ਕਪੈਸਿਟਰ ਦੇ ਵਿੱਚੋਂ ਅਸੀਂ ਕਰੰਟ ਕੱਢਣਾ ਤਾਂ ਕਪੈਸਿਟਰ ਦਾ ਪਤਾ ਹੋਣਾ ਚਾਹੀਦਾ ਸਾਨੂੰ XC ਆਪਾਂ ਕਹਿੰਦੇ ਕਿਹਨੂੰ ਅੱਗੇ ਦਾ ਨਾਂ ਯਾਦ ਕਰ ਲਓ ਯਾਰ, ਕਪੈਸਿਟਿਵ ਰਿਐਕਟੈਂਸ। ਕਪੈਸਿਟਿਵ ਰਿਐਕਟੈਂਸ ਹੁੰਦੀ ਹੈ ਨਾ ਕਪੈਸਿਟਰ ਦੁਆਰਾ ਪੈਦਾ ਕੀਤਾ ਗਿਆ ਪ੍ਰਤੀਰੋਧ, ਇੰਡਕਟਰ ਦੁਆਰਾ ਪੈਦਾ ਕੀਤਾ ਗਿਆ ਪ੍ਰਤੀਰੋਧ ਨੂੰ ਕੀ ਕਹਿੰਦੇ ਸੀਗੇ ਅਸੀਂ XL। ਕੀ ਹੁੰਦਾ ਸੀ ਇਹ ਇੰਡਕਟਿਵ ਰਿਐਕਟੈਂਸ ਹੁੰਦੀ ਸੀਗੀ, ਇੰਡਕਟਿਵ ਰਿਐਕਟੈਂਸ ਹੁੰਦੀ ਸੀਗੀ। ਇਹ ਤਾਂ ਨਹੀਂ ਦੱਸਿਆ ਕਿਉਂਕਿ ਪਹਿਲਾਂ ਸਪੈਸ਼ਲ ਵੀਡੀਓ ਇਹਦੇ 'ਤੇ ਬਣਾ ਚੁੱਕਿਆ ਮੈਂ ਇੱਕ। ਤੇ ਇਹਦੇ ਵਿੱਚ ਜਿਹੜਾ ਕਰੰਟ ਜਾਊਗਾ IC, ਜੇ ਅਸੀਂ ਕੱਢਣਾ ਹੋਵੇ IC ਦੀ ਵੈਲਿਊ ਜਿਹੜੀ ਹੋਊਗੀ ਉਹ ਕੀ ਹੋਊਗੀ ਟੋਟਲ ਵੋਲਟੇਜ ਡਿਵਾਈਡ ਬਾਏ XC ਹੋਊਗੀ। ਅਤੇ XC ਦੀ ਵੈਲਿਊ ਹੁੰਦੀ ਕੀ ਹੈ 1/2 ਪਾਈ FC। ਕੀ ਹੁੰਦੇ ਯੂਨਿਟ ਇਹਦੇ ਓਮ ਹੁੰਦੇ ਨੇਗੇ। ਅਗਲੀ ਗੱਲ, ਜਿਹੜਾ ਅਸੀਂ ਆਹ ਕਰੰਟ ਕੱਢਾਂਗੇ IC ਕੀ ਕਰਦਾ ਹੈਗਾ, IC ਲੀਡ ਕਰਦਾ, ਲੈਗ ਨਹੀਂ ਕਰਦਾ, ਲੀਡ ਕਰਦਾ 90 ਡਿਗਰੀ। ਕੀ ਤੋਂ? ਵੋਲਟੇਜ ਤੋਂ, ਜਿਹੜੀ ਅਪਲਾਈਡ ਵੋਲਟੇਜ ਹੁੰਦੀ ਹੈ ਸਾਡੀ। ਇਹ ਇੱਕ ਪੁਆਇੰਟ ਹੈਗਾ, ਠੀਕ ਹੈ ਜੀ। ਤਾਂ ਜੇ ਬਣਾਵਾਂਗੇ ਕਿਵੇਂ, ਦੇਖੋ ਬਣਾਵਾਂਗੇ ਕਿਵੇਂ ਆਪਾਂ ਬਣਾਵਾਂਗੇ, ਆਹ ਸਾਡੇ ਕੋਲੇ ਵੋਲਟੇਜ ਹੈਗੀ, ਕਰੰਟ ਸਾਡਾ ਪਿੱਛੇ ਨਹੀਂ ਹੈਗਾ, ਹੁਣ ਉਹ ਅੱਗੇ ਆ, ਇੱਥੇ ਬਣਾਵਾਂਗੇ ਕਰੰਟ ਨੂੰ ਅਸੀਂ ਵੀ ਕਰੰਟ ਦਾ ਐਂਗਲ ਤਾਂ ਹੈਗਾ 90 ਡਿਗਰੀ, ਵੋਲਟੇਜ ਦਾ ਐਂਗਲ ਹਜੇ 0 ਹੀ ਫਿਰਦਾ ਹੈਗਾ। ਇਹ ਕਿਹੜੇ ਕੇਸ 'ਚ ਹੋਏਗਾ? ਜਦੋਂ ਕਦੇ ਵੀ ਕਿਸੇ ਸਰਕਟ ਦੇ ਵਿੱਚ ਕਪੈਸਿਟਰ ਲੱਗਿਆ ਹੋਇਆ ਹੋਵੇਗਾ। ਕਿਹੜਾ ਕਪੈਸਿਟਰ? ਪਿਓਰ ਕਪੈਸਿਟਰ ਲੱਗਿਆ ਹੋਇਆ ਹੋਵੇਗਾ। ਜਦੋਂ ਪਿਓਰ ਕਪੈਸਿਟਰ ਲੱਗਿਆ ਹੋਇਆ ਹੋਵੇਗਾ ਤਾਂ ਫੇਜ਼ਰ ਡਾਇਗਰਾਮ ਦੇ ਵਿੱਚ ਤਾਂ ਆਪਾਂ ਦੇਖ ਹੀ ਲਿਆ ਕਿਹੜਾ ਕਰੰਟ ਦਾ ਜਿਹੜਾ ਐਂਗਲ ਹੈਗਾ ਉਹ 90 ਡਿਗਰੀ ਕੀ ਕਰ ਰਿਹਾ ਹੈਗਾ, ਲੀਡ ਕਰ ਰਿਹਾ ਹੈਗਾ। ਜਿਹਨੂੰ ਆਪਾਂ ਵੇਵ ਫਾਰਮ ਦੇ ਵਿੱਚ ਦੇਖਣਾ ਹੋਵੇ, ਹੁਣ ਕਿ ਜਿਹੜੀ ਸਾਡੀ ਵੇਵ ਫਾਰਮ ਹੁੰਦੀ ਹੈਗੀ, ਆਹ ਵੇਵ ਫਾਰਮ, ਜੇ ਮੰਨ ਲਓ ਸਪੋਜ਼ ਕਰੋ ਸਾਡੇ ਕੋਲੇ ਇੱਦਾਂ ਇੱਦਾਂ ਇਹਦੇ ਵਿੱਚ ਕਰੰਟ ਕੀ ਕਰ ਰਿਹਾ ਹੈਗਾ 90 ਡਿਗਰੀ ਲੀਡ ਕਰ ਰਿਹਾ। ਤਾਂ ਜੇ ਇੱਕ ਚੀਜ਼ ਲੀਡ ਕਰ ਰਹੀ ਹੈ ਅੱਗੇ ਰਹਿ ਰਹੀ ਹੈ ਤਾਂ ਦੂਜੀ ਤਾਂ ਪਿੱਛੇ ਹੋਏਗਾ, ਮਤਲਬ ਵੋਲਟੇਜ ਕੀ ਕਰ ਰਹੀ ਹੈ, ਲੈਗ ਕਰ ਰਹੀ ਹੈਗੀ। ਇਹਦਾ ਮਤਲਬ ਇਹਦੇ ਵਿੱਚ ਜਿਹੜਾ ਆਹ ਵੇਵ ਫਾਰਮ ਹੈ ਇਹ ਸਾਡੇ ਕਰੰਟ ਦੀ ਹੈ, ਜਿਹੜਾ ਵੋਲਟੇਜ ਦੀ ਵੇਵ ਫਾਰਮ ਆ ਵੋਲਟੇਜ ਸਾਡੀ ਪਿੱਛੋਂ ਸ਼ੁਰੂ ਹੋਏਗੀ, ਇੱਥੋਂ ਆਹ ਵੋਲਟੇਜ ਹੈਗੀ। ਦੇਖੋ 0 ਕਰੰਟ ਆਪਣੇ ਮੈਕਸਿਮਮ ਵੈਲਿਊ ਦੇ ਉੱਪਰ ਆ ਗਿਆ, ਪਰ ਵੋਲਟੇਜ ਕਿੱਥੇ ਫਿਰਦੀ ਹੈ, ਉਹ 0 'ਤੇ ਫਿਰਦੀ ਹੈ। ਤਾਂ ਵੇਵ ਫਾਰਮ ਦੇ ਵਿੱਚ ਅਸੀਂ ਇਸ ਤਰੀਕੇ ਨਾਲ ਵੇਵ ਫਾਰਮ ਇਹਦੀ ਬਣਾਵਾਂਗੇ, ਹਰ ਵੇਲੇ ਇੱਦਾਂ ਹੀ ਹੋਏਗਾ। ਦੇਖੋ ਆਹ ਇਹਨੇ ਆਪਣਾ ਪਹਿਲਾ ਸਾਈਕਲ ਕੰਪਲੀਟ ਕਰ ਲਿਆ ਨਾ ਕਰੰਟ ਨੇ, ਪਰ ਵੋਲਟੇਜ ਹਜੇ ਆਪਦਾ ਪਹਿਲਾ ਅੱਧਾ ਸਾਈਕਲ ਹੀ ਕੰਪਲੀਟ ਕਰ ਪਾਈ ਹੈਗੀ। ਉਹ ਪੋਜ਼ੀਟਿਵ ਹਾਫ ਸਾਈਕਲ ਜਿਹੜਾ ਸਾਡਾ ਉਹਦੇ ਹਜੇ ਮੈਕਸਿਮਮ ਵੈਲਿਊ 'ਤੇ ਪਹੁੰਚ ਪਾਈ ਹੈਗੀ। ਕਲੀਅਰ ਹੋ ਗਈ ਜੀ ਗੱਲ। ਇਹ ਤਾਂ ਇੱਦਾਂ ਵੇਵ ਫਾਰਮ ਬਣਦੀ ਹੁੰਦੀ ਹੈ ਜੀ। ਤਾਂ ਜਿਹਦੀ ਪਾਵਰ ਦੀ ਗੱਲ ਕਰੀਏ, ਪਾਵਰ V × I × cos θ। ਤਾਂ ਜਿਹੜਾ ਸਾਡਾ ਵੋਲਟੇਜ ਅਤੇ ਕਰੰਟ cos θ ਜਿਹੜਾ ਸਾਡਾ ਹੋਏਗਾ ਉਹ ਪਾਵਰ ਫੈਕਟਰ ਇਹਦਾ ਕਿੰਨਾ ਹੁੰਦਾ ਗਾ। ਜਦੋਂ cos 90 ਭਰਾਂਗੇ ਸਾਡੇ cos φ ਦੀ ਵੈਲਿਊ ਕਿੰਨੀ ਆ ਜੀ, cos 90 ਕਿੰਨਾ ਹੁੰਦਾ ਸਾਡਾ 0 ਹੁੰਦਾ। ਤਾਂ ਇਹਦੇ ਵਿੱਚ ਵੀ ਜਿਹੜੀ ਪਾਵਰ ਕੰਜ਼ਿਊਮਡ ਹੋਊਗੀ, ਪਾਵਰ ਕੰਜ਼ਿਊਮਡ ਜਿਹੜੀ ਹੋਊਗੀ ਉਹ ਕਿੰਨੀ ਹੋਊਗੀ 0 ਹੋਊਗੀ। ਪਤਾ ਲੱਗ ਗਿਆ ਜੀ।
ਤਾਂ ਕਰੰਟ ਦੀ ਵੈਲਿਊ ਤਾਂ ਕੋਈ ਨਾ ਕੋਈ ਨਿਕਲਿਆ ਕਰੂਗੀ, ਚਾਹੇ ਪਿਓਰ ਕਪੈਸਿਟਰ ਹੋਵੇ ਚਾਹੇ ਪਿਓਰ ਇੰਡਕਟਰ ਹੋਵੇ, ਕਰੰਟ ਤਾਂ ਕੱਢ ਸਕਦੇ ਹਾਂ ਅਸੀਂ, ਬਟ ਇਹਨਾਂ ਦੇ ਵਿੱਚ ਪਾਵਰ ਨਹੀਂ ਪੈਦਾ ਹੋਣੀ ਹੈਗੀ। ਇਹ ਗੱਲ ਯਾਦ ਰੱਖਣੀ ਹੈ ਜੀ। ਧੰਨਵਾਦ।